ਜਮਾਤਾਂ ਬਣਾਈਆਂ ਨੇ ਤੁਹਾਡਾ ਖੂਨ ਚੂਸ ਕੇ, ਤੁਹਾਡੇ ਟੈਕਸ ਦੇ ਪੈਸੇ ਖਾ ਕੇ। ਉਹਨਾਂ ਦਾ ਇਹ ਕੰਮ ਨਹੀਂ ਹੈ ਬਗੈਰਤਾਂ ਦਾ। ਉਹਨਾਂ ਦਾ ਕੰਮ ਸੀ ਤੁਹਾਡੇ ਮੁਲਕ ਦਾ ਦਫਾ ਕਰਨਾ, ਗਰੀਬ ਆਵਾਮ ਦਾ ਦਫਾ ਕਰਨਾ, ਗਰੀਬ ਆਵਾਮ ਨੂੰ ਸਹੂਲਤਾਂ ਦੇਣੀਆਂ, ਅਦਾਲਤਾਂ ਦੇ ਸਿਰ ਤੇ ਡੰਡਾ ਲੈ ਕੇ ਬਹਿਣਾ ਕਿ ਗਰੀਬ ਆਵਾਮ ਵਾਸਤੇ ਤੁਸੀਂ ਬਣੀ ਜਾਓ। ਗਰੀਬ ਆਵਾਮ ਨੂੰ ਜਿਹੜਾ ਤੁਸੀਂ ਇਨਸਾਫ ਦੇਣਾ ਹੈ। ਨਵਾਜ਼ ਸ਼ਰੀਫ ਨੂੰ ਇਨਸਾਫ ਨਹੀਂ ਦੇਣਾ। ਅਦਾਲਤ ਸਿਰਫ ਨਵਾਜ਼ ਸ਼ਰੀਫ ਬਗੈਰਤ ਵਾਸਤੇ ਨਹੀਂ ਬਣੀ, ਜ਼ਰਦਾਰੀ ਬਗੈਰਤ ਵਾਸਤੇ ਨਹੀਂ ਬਣੀ। ਅਦਾਲਤ ਆਰਮੀ ਚੀਫਾਂ ਵਾਸਤੇ ਨਹੀਂ ਬਣੀ ਜਿਨ੍ਹਾਂ ਨੂੰ ਸਜ਼ਾਏ ਮੌਤ ਹੋ ਜਾਏ। ਮੁਸ਼ਰਫ ਨੂੰ ਸਜ਼ਾਏ ਮੌਤ ਹੋ ਗਈ ਸੀ, ਕੋਈ ਉਹਨੂੰ ਫਾਂਸੀ ਲੱਗੀ ਸੀ, ਕਿਸੇ ਫਾਂਸੀ ਲਾਈ ਸੀ ਆਰਮੀ ਚੀਫ ਨੂੰ। ਮੁਸ਼ਰਫ ਨੂੰ ਸਜ਼ਾਏ ਮੌਤ ਹੋਈ ਸੀ। ਸਾਡੇ ਮੁਲਕ ਵਿੱਚ ਕਿਸੇ ਦੇਖਿਆ ਉਹਨੂੰ ਫਾਂਸੀ ਹੋਈ ਹੋਵੇ, ਉਹਨੂੰ ਟੰਗਿਆ ਹੋਵੇ ਕਿਸੇ? ਨਹੀਂ, ਤੁਹਾਨੂੰ ਨਹੀਂ ਉਹ ਕਰਨ ਦਿੰਦੇ। ਇਹ ਵੱਡਵਲੇ ਤੁਹਾਡਾ ਡਰ ਨਾ ਹੋਵੇ ਆਸਮ ਮਨੀਰ ਨੂੰ। ਖੁਦਾ ਦੀ ਕਸਮ ਸ਼ਾਮੂ ਪਹਿਲੇ ਇਮਰਾਨ ਖਾਨ ਨੂੰ ਫਾਂਸੀ ਦੇ ਦੇ। ਕਿਉਂ? ਇਹ ਸਿਆਸਤਦਾਨ ਹੈ, ਤੁਹਾਡੇ ਵਿੱਚੋਂ ਹੈ, ਗਰੀਬ ਆਵਾਮ ਵਿੱਚੋਂ ਹੈ। ਗਰੀਬ ਆਵਾਮ ਦੀ ਦੁਆ ਮੰਗਦਾ ਹੈ ਔਰ ਗਰੀਬ ਆਵਾਮ ਵਾਸਤੇ ਆਪਣੀ ਲਾਦ, ਆਪਣੀ ਬੀਵੀ, ਆਪਣੇ ਐਸ਼ੋ ਆਰਾਮ ਛੱਡ ਕੇ ਤੁਹਾਡੇ ਕੋਲੇ ਆਇਆ ਹੈ। ਕਿਹੜੀ ਚੀਜ਼ ਦੀ ਉਹਨੂੰ ਕਮੀ ਸੀ? ਉਹ ਪਾਕਿਸਤਾਨੀਓ ਜੇ ਅਸੀਂ ਉਸ ਬੰਦੇ ਦਾ ਦਫਾ ਨਹੀਂ ਕਰਾਂਗੇ ਜਿਨ੍ਹਾਂ ਸਾਡੇ ਮੁਲਕ ਨੂੰ ਸਾਰੀ ਜ਼ਿੰਦਗੀ ਲੁੱਟਿਆ। ਐਸ ਆਸਮ ਮਨੀਰ ਦੀ ਜੁਰਤ ਕਿਸ ਤਰ੍ਹਾਂ ਪਈ ਏ ਕਿ ਸਾਨੂੰ ਚੋਰਾਂ ਡਕੈਤਾਂ ਦਾ ਦਫਾ ਕਰੇ ਔਰ ਆਪਣੇ ਮੁਲਕ ਸਾਡੇ ਵਿੱਚ ਉਹਨਾਂ ਨੂੰ ਵਜ਼ੀਰ ਆਜ਼ਮ ਬਣਾਏ। ਕਿਸ ਤਰ੍ਹਾਂ ਆਸਮ ਮਨੀਰ ਬਗੈਰਤ ਹੈ ਸੋਚ ਸਕਦਾ ਹੈ? ਕਿਸ ਤਰ੍ਹਾਂ ਉਹਦਾ ਜ਼ਿਹਨ ਹੈ ਕੰਮ ਕਰ ਸਕਦਾ ਹੈ ਕਿ ਸਾਡੇ ਮੁਲਕ ਦੇ ਵਿੱਚ ਚੋਰ ਡਕੈਤ ਅਸੀਂ ਪਾਕਿਸਤਾਨੀ ਆਵਾਮ ਉਹਨੂੰ ਕਬੂਲ ਕਰਾਂਗੇ? ਨਹੀਂ ਕਰਨਾ ਚਾਹੀਦਾ, ਨਹੀਂ ਕਰਾਂਗੇ। ਇਹਨਾਂ ਨੂੰ ਦੱਸਣਾ ਪਵੇਗਾ ਬੋਲ ਕੇ, ਇਹਨਾਂ ਦੇ ਮਗਰ ਹੋਣਾ ਪਵੇਗਾ। ਜਿਸ ਟਾਈਮ ਇਹ ਦਹਿਸ਼ਤਗਰਦੀ ਤੁਹਾਡੇ ਮੁਲਕ 'ਚ ਫੈਲਾਉਂਦੇ ਨੇ, ਮੇਰੇ ਪਿਆਰੇ ਪਾਕਿਸਤਾਨੀਓ, ਇਤਜਾਜ, ਪੁਰਅਮਨ ਇਤਜਾਜ ਤੁਹਾਡਾ ਹੱਕ ਹੈ। ਉਹਦੇ ਤੋਂ ਤੁਹਾਨੂੰ ਨਾ ਆਰਮੀ ਚੀਫ ਰੋਕ ਸਕਦਾ ਹੈ, ਨਾ ਉਹਦੀ ਬੀਵੀ ਰੋਕ ਸਕਦੀ ਹੈ, ਨਾ ਉਹਦੀ ਬੇਬੇ ਰੋਕ ਸਕਦੀ ਹੈ, ਨਾ ਉਹਦਾ ਪਿਓ ਰੋਕ ਸਕਦਾ ਹੈ। ਇਹ ਤੁਹਾਡਾ ਹੱਕ ਹੈ, ਕਾਨੂੰਨੀ ਹੱਕ ਹੈ ਤੁਹਾਡਾ। ਅਦਾਲਤਾਂ ਵੀ ਤੁਹਾਨੂੰ ਹੱਕ ਦਿੰਦੀਆਂ ਨੇ ਪੁਰਅਮਨ ਇਤਜਾਜ ਦਾ। ਅੱਜ ਜਿਹੜਾ ਤੁਹਾਡੇ ਮੁਲਕ ਦੇ ਵਿੱਚ ਸ਼ਹੀਦ ਬੰਦਾ ਹੋਇਆ ਹੈ, ਉਹਦੇ ਵਿੱਚ ਪੂਰੇ ਪਾਕਿਸਤਾਨੀਆਂ ਨੂੰ, ਪਾਕਿਸਤਾਨੀ ਨਹੀਂ ਤੇ ਪੀਟੀਆਈ ਨੂੰ ਇਤਜਾਜ ਕਰਨਾ ਚਾਹੀਦਾ ਸੀ ਪੂਰੇ ਮੁਲਕ ਵਿੱਚ। ਕਿਉਂ? ਤੁਹਾਡੀ ਇੱਕ ਜਾਨ ਦਾ ਨੁਕਸਾਨ ਹੋਇਆ ਹੈ। ਕੋਈ ਕੀੜਾ ਮਕੌੜਾ ਬੱਕਰੀ ਨਹੀਂ ਮਰੀ, ਬੱਕਰੀ ਦਾ ਕਤਲ ਨਹੀਂ ਹੋਇਆ, ਕੀੜੇ ਮਕੌੜੇ ਦਾ ਕਤਲ ਨਹੀਂ ਹੋਇਆ, ਇੱਕ ਜਾਨ ਦਾ ਨੁਕਸਾਨ ਹੋਇਆ ਹੈ। ਕਿਆ ਪੀਟੀਆਈ ਇਤਜਾਜ ਨਹੀਂ ਕਰ ਸਕਦੀ ਸੀ ਪੂਰੇ ਮੁਲਕ ਵਿੱਚ? ਕਾਲ ਨਹੀਂ ਦੇ ਸਕਦੀ ਸੀ? ਕਿਉਂ ਨਹੀਂ ਦਿੱਤੀ? ਕਿਉਂਕਿ ਤੁਸੀਂ ਆਪਣੇ ਵਰਕਰ ਦਾ ਦਫਾ ਨਹੀਂ ਕਰ ਸਕਦੇ। ਉਹ ਲੀਡਰਸ਼ਿਪ ਕਿੱਥੇ ਹੈ ਬਗੈਰਤ ਜਿਹੜਾ ਆਪਣੇ ਵਰਕਰ ਦਾ ਦਫਾ ਨਹੀਂ ਕਰ ਸਕੀ? ਔਰ ਫਿਰ ਇਤਨੇ ਅੱਛੇ ਵਰਕਰ ਦਾ ਦਫਾ ਨਹੀਂ ਕਰ ਸਕੀ। ਪੀਟੀਆਈ ਨੂੰ ਕਾਲ ਦੇਣੀ ਚਾਹੀਦੀ ਸੀ ਪੂਰੇ ਮੁਲਕ ਵਿੱਚ ਕਿ ਇਸ ਬੰਦੇ ਨੂੰ ਕਤਲ ਕੀਤਾ ਗਿਆ। ਇਹਦੇ ਵਾਸਤੇ ਪੂਰਾ ਪੀਟੀਆਈ ਜਿੱਥੇ ਜਿੱਥੇ ਹੈ ਰੋਡ ਬਲਾਕ ਕਰੋ ਜਾਂ ਉਹਨਾਂ ਵਾਸਤੇ ਨਿਕਲੋ। ਯਾਰ ਇਹ ਤੁਹਾਡੇ ਵਾਸਤੇ ਤੇ ਆਏ ਨਹੀਂ ਨਾ, ਇਹ ਬਗੈਰਤ ਆਪਣੇ ਵਾਸਤੇ ਆਏ ਨੇ, ਆਪਣੇ ਬੱਚਿਆਂ ਵਾਸਤੇ ਆਏ ਨੇ। ਇਹਨਾਂ ਨੇ ਵੱਡੇ ਵੱਡੇ ਜਿਸ ਵੇਲੇ ਵਜ਼ਾਰਤਾਂ ਇਹਨਾਂ ਨੂੰ ਲੱਭ ਜਾਣੀਆਂ ਨੇ, ਐਮਐਨਏ ਐਮਪੀ ਇਹਨਾਂ ਨੇ ਬਣ ਜਾਣਾ, ਇਹਨਾਂ ਨੇ ਤੁਹਾਡਾ ਨਹੀਂ ਸੋਚਣਾ, ਤੁਹਾਡੇ ਬਾਰੇ ਨਹੀਂ ਸੋਚਣਾ, ਇਹਨਾਂ ਗਰੀਬ ਆਵਾਮ ਵਾਸਤੇ ਨਹੀਂ ਸੋਚਣਾ। ਕੁਝ ਚੰਦ ਬੰਦੇ ਹੋਣ ਦੇ ਜਿਹੜੇ ਤੁਹਾਡੇ ਬਾਰੇ ਸੋਚਣ ਦੇ। ਕਦੇ ਵੀ ਅਸੈਂਬਲੀ ਦੇ ਵਿੱਚ ਜਾ ਕੇ ਜਿਸ ਵੇਲੇ ਬਗੈਰਤ 5 ਸਾਲ ਵਾਸਤੇ ਬਣ ਕੇ ਟੁਰ ਜਾਂਦੇ ਨੇ। ਕਦੇ ਗਰੀਬ ਆਵਾਮ ਦੇ ਬਾਰੇ ਵੀ ਕਦੇ ਕਾਨੂੰਨ ਕੋ ਪਾਸ ਕੀਤਾ ਕਿਸੇ ਨੇ? ਕਦੇ ਗਰੀਬ ਆਵਾਮ ਦੇ ਬਾਰੇ ਵੀ ਕਦੇ ਗੱਲ ਕੀਤੀ ਹੈ ਕਿਸੇ ਨੇ? ਨਵਾਜ਼ ਸ਼ਰੀਫ ਨੂੰ ਸਜ਼ਾ ਜੋ ਉੱਥੇ ਕੁੱਤੇ ਆਣ ਅਸੈਂਬਲੀ ਦੇ ਵਿੱਚ ਭੌਂਕਦੇ ਹੁੰਦੇ ਪਏ ਨੇ ਸਾਰੇ, ਤੁਸੀਂ ਸੁਣਦੇ ਨਹੀਂ ਹੋ? ਤੁਹਾਨੂੰ ਪਤਾ ਨਹੀਂ ਹੈ? ਸਾਰੇ ਕੁੱਤੇ ਆਣ ਟਾਉ ਟਾਉ ਅਸੈਂਬਲੀ ਦੇ ਵਿੱਚ ਕਰਦੇ ਹੁੰਦੇ ਪਏ ਨੇ। ਕੋਈ ਵੀ ਇਹਨਾਂ ਨਾਲ ਗਲਤ ਕੰਮ ਹੋ ਜਾਏ ਇਹ ਕੁੱਤੇ ਆਣ ਅਸੈਂਬਲੀ ਦੇ ਵਿੱਚ ਭੌਂਕਦੇ ਹੁੰਦੇ ਪਏ ਨੇ। ਕਿਉਂ? ਇਹ ਤੁਹਾਡੇ ਵਾਸਤੇ ਨਹੀਂ ਗਏ ਹੁੰਦੇ ਅਸੈਂਬਲੀ 'ਚ, ਭੇਜਦੇ ਤੁਸੀਂ। ਉਹ ਤੁਹਾਡੇ ਵੋਟ ਦੀ ਵਜ੍ਹਾ ਤੋਂ ਜਾਂਦੇ ਨੇ। ਤੁਸੀਂ ਵੋਟ ਇਹਨਾਂ ਨੂੰ ਨਾ ਪਾਓ, ਨਹੀਂ ਜਾਣ ਲਗੇ। ਜਾ ਕੇ ਤੁਹਾਡੀ ਉੱਥੇ ਗੱਲ ਕਦੇ ਵੀ ਨਹੀਂ ਕਰਦੇ। ਸਾਨੂੰ 40 ਸਾਲ ਮੰਨੂ ਹੋ ਗਏ ਨੇ ਇਹਨਾਂ ਨੂੰ ਦੇਖਦੇ ਹਾਂ। ਇਹ ਤੁਹਾਡੀ ਅਸੈਂਬਲੀਆਂ 'ਚ ਜਾ ਕੇ ਗੱਲ ਨਹੀਂ ਕਰਦੇ। ਇਹ ਬਗੈਰਤ ਆਉਂਦੇ ਜੇ, ਇਹਨਾਂ ਦੇ ਮਗਰ ਲੱਗੋ। ਇਹਨਾਂ ਨੂੰ ਪੁੱਛੋ ਕਿ 5 ਸਾਲ ਕਿੱਥੇ ਸੀ ਤੁਸੀਂ ਬਗੈਰਤੋਂ? ਤੁਸੀਂ ਸਾਡੇ ਮਹੱਲੇ 'ਚ ਕਿਉਂ ਨਹੀਂ ਆਏ? ਤੁਸੀਂ ਸਾਡੇ ਪਿੰਡ 'ਚ ਕਿਉਂ ਨਹੀਂ ਆਏ? ਤੁਸੀਂ ਸਾਡੇ ਸ਼ਹਿਰ ਵਿੱਚ ਕਿਉਂ ਨਹੀਂ ਆਏ? ਅੱਜ ਸਾਡੇ ਵੋਟ ਦੀ ਤੁਹਾਨੂੰ ਲੋੜ ਪਈ ਹੈ ਤੇ ਤੁਸੀਂ ਕੁੱਤੇ ਗਲੀਆਂ 'ਚ ਫਿਰਦੇ ਹੋਵੇ।
जिन्ना चिर मेरे भाइयों इन्हों नहीं पुछो दे, इन्हों को हलफ नहीं लवो दे, इन्हों दे मगर नहीं होवो दे, इन्ना चिर असैम्बली च जाके तुहाडियां गल्लां नहीं कर लगे, तुहाडे बारे कानून पास नहीं कराण लगे, तुहाडी आवाज नहीं ठाण लगे, तुहाडी आवाज नहीं बनन लगे। मेरे पाकिस्तानियों कोई थोड़ा जिहा ख्याल करो, तुहाडे मुल्क नूं इन्हां ने उत्थे पहुंचा दिता है सियासतदानां और दारियां ने। तुसीं कर्जे विच डुੱਬੇ होए हो, तुहाडे ਇਹ ਜਿਹੜਾ ਕਰਜ਼ਾ ਤੁਹਾਡੇ ਉੱਤੇ ਚੜਿਆ ਨਾ, ਤੁਹਾਡੇ ਵਿੱਚੋਂ ਕੱਢਣਾ ਹੈ, ਤੁਹਾਡੇ ਪੇਟਾਂ ਵਿੱਚੋਂ ਕੱਢ ਕੇ ਇਹਨਾਂ ਨੇ ਤੇ ਉਹ ਕਰਜ਼ੇ ਉਤਾਰਨੇ ਨੇ, ਆਪਣੀਆਂ ਯਾਸ਼ੀਆਂ ਕਰਨੀਆਂ ਨੇ। ਇਹ ਜਿਹੜੀ ਵੀ ਹਕੂਮਤ ਆ ਜੇ ਤੁਹਾਡੇ ਤੇ ਮਹਿੰਗਾਈ ਕਰਕੇ ਨਾ ਕਰਜ਼ੇ ਵੀ ਲਾਣੇ ਨੇ ਔਰ ਆਪਣੀਆਂ ਯਾਸ਼ੀਆਂ ਵੀ ਜਿਹੜੀਆਂ ਨੇ ਤੁਹਾਡੇ ਵਿੱਚੋਂ ਕਰਨੀਆਂ ਨੇ। ਕਿਆ ਤੁਸੀਂ ਆਪਣੇ ਹੱਕ ਵਿੱਚ ਨਹੀਂ ਨਿਕਲ ਸਕਦੇ? ਤੁਸੀਂ ਨਹੀਂ ਬੋਲ ਸਕਦੇ? ਤੁਸੀਂ ਨਹੀਂ ਆਵਾਜ਼ ਉਠਾ ਸਕਦੇ? ਤੁਹਾਨੂੰ ਅਕਲ ਸ਼ੌਰ ਨਹੀਂ ਹੈ? ਜੇ ਤੁਹਾਨੂੰ ਤਲੀਮ ਦੇ ਨੇੜੇ ਨਾ ਨਹੀਂ ਜਾਣ ਦਿੱਤਾ ਤੇ ਜਿਹੜਾ ਬੰਦਾ ਜੇਲ੍ਹ ਵਿੱਚ 10 ਸਾਲ ਤੇ 14 ਸਾਲ ਦੀ ਸਜ਼ਾ ਭੁਗਤਦਾ ਪਿਆ, ਉਹਨੇ 26-27 ਸਾਲ ਤੁਹਾਡੇ ਤੇ ਮਿਹਨਤ ਨਹੀਂ ਕੀਤੀ, ਉਹਦੀ ਅੱਜ ਮਿਹਨਤ ਕਿੱਧਰ ਗਈ ਏ? ਉਹਦੀ ਜ਼ਨਾਨੀ ਨੂੰ ਮੇਰਾ ਸਲਾਮ ਹੈ, ਜਿਸ ਸਾਡੀ ਉਹ ਭੈਣ ਮਾਂ ਦੀ ਜੁਰਤ ਨੂੰ ਸਲਾਮ ਹੈ, ਜਿਹਨੇ ਆਖਿਆ ਮੈਂ ਖਾਨ ਦੀ ਕਮਜ਼ੋਰੀ ਨਹੀਂ ਬਣਾ ਦੀ, मैं जेल विच पेश होवां दी, जो करना ने मेरे नाल कर लेना, मैं अपने खावंद नूं कमजोर नहीं होवन दें दी। मेरे पाकिस्तानियों ये जुरत होंदी है, इहो जी मां भैन नूं सलाम करना चाहिए। किसे विच इन्नी जुरत है? उन्होंने सारा कुछ बगैरती करवाई आर्मी चीफ ने कि खान की कमजोरी शायद बन जाए, खान शायद साले नाल डील कर ले, NRA साडे कोलों लै ले। ओदी बीवी ने आख्या ना खान मैं तेरे नाल जीवां दी, तेरे नाल मरां दी, मैनूं कोई जेलां दा डर नहीं है, ना तू अपने मौकफ तो उठना ना मैं हटां दी। ओ कां वास्ते खलोते ने? प्यारे पाकिस्तानियों, तुहाडे वास्ते, तुहाडियां लादां वास्ते। उन्हां दी तां लाद भी कोई नहीं, ਉਹ ਜਿਹੜੀ ਉਹਦੀ ਲਾਦ ਹੈ ਪਹਿਲੇ ਉਹ ਤੇ ਇੰਗਲੈਂਡ ਵਿੱਚ ਹੈ, ਉਹ ਤੇ ਆਪਣੀ ਮਾਂ ਕੋਲੇ, ਉਹਨਾਂ ਨੂੰ ਤੇ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ। ਪਾਕਿਸਤਾਨੀਓ, ਤੁਹਾਡੇ ਵਾਸਤੇ, ਤੁਹਾਡੀਆਂ ਲਾਦਾਂ ਵਾਸਤੇ ਅੱਜ ਉਹ ਦੋਵੇਂ ਬੰਦੇ ਜੇਲ੍ਹ ਵਿੱਚ ਨੇ ਔਰ ਬੇਕਸੂਰ। ਮੈਂ ਜੁਰਤ ਨੂੰ ਖਾਨ ਦੀ ਨੂੰ ਸਲਾਮ ਕਰਨਾ ਔਰ ਖਾਨ ਦੀ ਅਜ਼ਮਤ ਨੂੰ ਸਲਾਮ ਕਰਨਾ, ਜਿਹਦੇ ਤੇ ਕਰਪਸ਼ਨ ਦਾ ਕੋਈ ਕੇਸ ਨਹੀਂ ਹੈ, 1 ਰੁਪਏ ਦੀ ਵੀ ਕਰਪਸ਼ਨ ਮੇਰੇ ਖਾਨ ਤੇ ਨਹੀਂ ਹੈ। ਉਹ ਜਿਹੜੇ ਲਾਂਤੀ ਜਿਨ੍ਹਾਂ ਦੇ ਫੁੱਲ ਸੱਟਦੇ ਫਿਰਦੇ ਹੋ, ਜਿਨ੍ਹਾਂ ਦੀਆਂ ਗੱਡੀਆਂ ਮਗਰ ਭਜਦੇ ਫਿਰਦੇ ਹੋ, ਜਿਨ੍ਹਾਂ ਦੇ ਨਾਰੇ ਲਾਉਂਦੇ ਫਿਰਦੇ ਹੋ, ਉਹਨਾਂ ਤੁਹਾਡੇ ਮੁਲਕ ਵਿੱਚ ਕਰਪਸ਼ਨ ਕੀਤੀ ਹੈ, ਉਹਨਾਂ ਤੁਹਾਡਾ ਪੈਸਾ ਲੁੱਟਿਆ ਹੈ। ਅੱਜ ਫਿਰ ਵੀ ਤੁਸੀਂ ਬਿਰਿਆਨੀਆਂ ਉਹਨਾਂ ਦੀਆਂ ਜਾ ਕੇ ਖਾਂਦੇ ਹੋ। ਮੈਂ ਕਹਿੰਦਾ ਜਿਹੜਾ ਬਿਰਿਆਨੀ ਦੇ ਮਗਰ ਜਾਂਦੇ ਹੋ, ਉਹਦੇ ਨਾਲ ਘਰ ਜ਼ਹਿਰ ਖਾ ਕੇ ਮਰ ਜਾਓ, ਤੁਹਾਨੂੰ ਕੋਈ ਦੇਖਣ ਤੇ ਨਹੀਂ ਲੱਗਾ ਤੁਸੀਂ ਕਿਹੜੇ ਚੱਕਰ ਵਿੱਚ ਗਏ ਉਹਦੇ ਜਲਸੇ ਵਿੱਚ। ਪਾਕਿਸਤਾਨੀਓ, ਕੋਈ ਥੋੜਾ ਜਿਹਾ ਸੋਚੋ कि तुहाडे मुल्क नाल इन्हां कीता कि तुहाडे मुल्क नूं एक आर्मी चीफ चला रहा है 75 साल तू। किस टाइम सानू पता लगा? जिस टाइम साडा खान आया, उन्होंने जिस वेले कढ़िया ने उन्हें आण के दसिया, उन्हें आख्या मैनू बाजवा काम नहीं करन दिंदा सी, मैं जितने भी चोर डकैत लानती सियासतदान साडे मुल्क विच ने, मैं उन्हां ते करप्शन के केस चला के उन्हां दा पैसा वापस लियावना चाहता सी, अपने मुल्क अपनी गरीब आवाम नूं देना चाहता सी, अपनी गरीब आवाम दा कर्जा लाना चाहता सी। मैनू उस बगैरत बाजवे ने कोई भी काम नहीं करन दिता। फिर भी उहदे बावजूद तुहाडा मुल्क है जिहड़ा ओह ग्रे लिस्ट विच सी, उहदा दिवालिया निकल चला सी, उस बंदे ने ग्रे लिस्ट चों कढ के तुहाडे मुल्क नूं फिर चलाया है। फिर उन्होंने सिमत दी है कि कोई लात मुल्क के ठीक होए ने, कोई मुल्क की इज्जत ठीक हुई है, कोई साडा वकार ठीक होया है, कोई दुनिया नूं पता लगा मुल्क दे विच कोई लीडर ईमानदार आ गया है। जिथे खान जांदा सी उत्थे दुनिया खलो के सलूट करदी सी, जिहदे नाल गल करदा सी ओह खान दे नाल खलो जांदा सी। हालांकि अमेरिका जिहा भी मुल्क खान दे नाल खलो गया सी, जिस वे खान गया सी उत्थे उन्होंने खान नूं और खान की जुरत नूं और ईमानदारी नूं सलाम कीता सी। इन्हां बगैरतां नूं ते नहीं कदे इन्हां सलाम कीता, इन्हां बगैरतां दे नाल ते नहीं कदे खलोते। क्यों?
ਇਹ ਕੁੱਤੇ ਡਾਲਰ ਲੈ ਕੇ ਉੱਥੋਂ ਖਾਂਦੇ ਨੇ ਸਮੇਤ ਆਰਮੀ ਚੀਫ ਡਾਲਰਾਂ ਤੇ ਵਿਕਣ ਵਾਲੀ ਕੌਮ ਹੈ ਗਰਦਾਰ ਕੌਮ ਹੈ ਜੇ ਗਰਦਾਰ ਕੌਮ ਨਾ ਹੁੰਦੀ ਤਾਂ ਜਿਨ੍ਹਾਂ ਨਾਲ ਇਹ ਨਹੀਂ ਹੋਣਾ ਸੀ ਪਾਕਿਸਤਾਨੀਓ ਤੁਹਾਡੇ ਕੇ ਖੁਦਾ ਦਾ ਵਾਸਤਾ ਹੈ ਆਪਣੇ ਹੱਕ ਵਾਸਤੇ ਖੜੇ ਹੋ ਆਪਣੇ ਵਾਸਤੇ ਖੜੇ ਹੋਣਾ ਜੇ ਖਾਨ ਵਾਸਤੇ ਨਹੀਂ ਲਿਆਉਣਾ ਨਹੀਂ ਕਿ ਇਸੇ ਤਰ੍ਹਾਂ 75 ਸਾਲ ਮੁਲਕ ਦੇ ਵਿੱਚ ਜ਼ਲੀਲ ਹੋਵਾ ਦੇ ਜਿਸ ਤਰ੍ਹਾਂ ਅੱਗੇ ਹੋ ਰਹੇ ਹੋ ਇਹ ਛੱਡ ਦੋ ਹੇਠਲੀਆਂ ਉਤਲੀਆਂ ਮਾਰਨੀਆਂ ਇਧਰੋਂ ਇੱਧਰ ਇੰਝ ਹੋ ਜੇ ਦਾ ਉਂਝ ਹੋ ਜੇ ਦਾ 2 ਸਾਲਾਂ 'ਚ ਤੁਸੀਂ ਪਲਾਨਿੰਗਾਂ ਕਰਦੇ ਰਹੇ ਹੋ ਉਹਨਾਂ ਤੁਹਾਡੀਆਂ ਪਲਾਨਿੰਗਾਂ ਫੇਲ ਕਰਕੇ ਪਰਾਂ ਚ ਤਰੀਆਂ ਨੇ ਤੁਹਾਡੇ ਕੋਲੇ 10 ਦਿਹਾੜੇ ਰਹਿ ਗਏ ਨੇ 10 ਦਿਹਾੜਿਆਂ ਵਿੱਚ ਪਾਕਿਸਤਾਨੀਆਂ 'ਚ ਜਿੰਨਾ ਸ਼ੌਰ ਹੈ ਉਹ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਸ਼ੌਰ ਮੇਰੇ ਪਾਕਿਸਤਾਨ ਦੇ ਵਿੱਚ ਆਇਆ ਹੈ ਔਰ ਪਾਕਿਸਤਾਨੀ ਆਵਾਮ ਵਿੱਚ ਆਇਆ ਹੈ ਤੁਹਾਡਾ ਇਮਤਿਹਾਨ ਬਿਲਕੁਲ ਨੇੜੇ ਆ ਗਿਆ 10 ਦਿਹਾੜਿਆਂ ਬਾਅਦ ਤੁਹਾਡਾ ਰਿਜ਼ਲਟ ਹੈ ਜਿਹੜਾ 10 ਦਿਹਾੜਿਆਂ ਬਾਅਦ ਨਿਕਲਣ ਵਾਲਾ ਪਾਕਿਸਤਾਨੀਓ ਜੇ ਤੁਸੀਂ ਖਾਨ ਦਾ ਦਫਾ ਨਾ ਕੀਤਾ ਖਾਨ ਦੇ ਬਾਜ਼ੂ ਨਾ ਬਣੇ ਹੋ 8 ਫਰਵਰੀ ਨੂੰ ਬਾਹਰ ਨਾ ਨਿਕਲਿਓ ਖਾਨ ਨੂੰ ਵੋਟ ਨਾ ਕੀਤਾ ਜੇ ਤੇ ਪਾਕਿਸਤਾਨੀਓ ਤੁਸੀਂ ਸਾਰੀ ਜ਼ਿੰਦਗੀ ਵਾਸਤੇ ਫੇਲ ਹੋ 0 ਨੰਬਰ ਨੇ ਤੁਹਾਡੇ ਬਿਲਕੁਲ ਫੇਲ ਹੋ ਤੁਸੀਂ ਪਾਕਿਸਤਾਨੀਓ ਸੋਚੋ ਇਸ ਚੀਜ਼ ਨੂੰ ਜਿਤਨੇ ਬਗੈਰਤ ਸਿਆਸਤਦਾਨ ਤੁਹਾਡੇ ਮੁਲਕ ਤੇ 40 ਸਾਲ ਰਹੇ ਨੇ ਉਹਨਾਂ ਦੀਆਂ ਲਾਦਾਂ ਨੂੰ ਬਗੈਰਤਾਂ ਨੂੰ ਅੱਜ ਹੀ ਦਫਾ ਕਰ ਛੱਡੋ ਇਸ ਇਲੈਕਸ਼ਨ ਵਿੱਚ ਉਹਨਾਂ ਨੂੰ ਕਬੂਲ ਨਾ ਕਰੋ ਜੇ ਇਸ ਇਲੈਕਸ਼ਨ ਵਿੱਚ ਤੁਸੀਂ ਉਹਨਾਂ ਨੂੰ ਕਬੂਲ ਕਰ ਗਏ ਹੋ ਤਾਂ ਸਮਝ ਲਓ ਆਉਣ ਵਾਲੇ 75 ਸਾਲ ਵੀ ਤੁਹਾਡੀਆਂ ਨਸਲਾਂ ਉਹਨਾਂ ਨੂੰ ਕਬੂਲ ਕਰਨ ਦੀਆਂ ਉਹ ਬਿਲਾਵਲ ਖੁਸਰਾ ਤੁਹਾਡੇ ਮੁਲਕ ਦਾ ਵਜ਼ੀਰ ਆਜ਼ਮ ਬਣੇਗਾ ਮਰੀਮ ਨਵਾਜ਼ ਗਸ਼ਤੀ ਤੁਹਾਡੇ ਮੁਲਕ ਦੀ ਵਜ਼ੀਰ ਆਜ਼ਮ ਬਣੇ ਦੀ ਪਾਕਿਸਤਾਨੀਓ ਸੋਚੋ ਤਾਂ ਸਹੀ ਤੁਹਾਡੇ ਮੁਲਕ ਨਾਲ ਹੁੰਦਾ ਕੀ ਹੈ ਪਿਆ ਇਹੋ ਜਿਹੇ ਕੰਜਰ ਤੁਹਾਡੇ ਮੁਲਕ ਦਾ ਵਜ਼ੀਰ ਆਜ਼ਮ ਬਣਨ ਦੇ ਇਹੋ ਜਿਹੀਆਂ ਜਮਾਤਾਂ ਤੁਹਾਡੇ ਮੁਲਕ ਦੇ ਉੱਤੇ ਹੁਕੂਮਤ ਕਰਨੀਆਂ ਸੌਰੀ BFT ਭਾਈ ਜੇ ਮੇਰੇ ਕੋਲ ਅਲਫਾਜ਼ ਅਗਾਂ ਪਿਛਾਂ ਹੋ ਗਏ ਨੇ ਕੋਈ ਗਲਤੀ ਮੇਰੇ ਕੋਲ ਹੋ ਗਈ ਤਾਂ ਮੈਂ ਮਾਜ਼ਰਤ ਚਾਹਨਾ ਸਾਰੇ ਭਾਈਆਂ ਕੋਲੋਂ ਯਕੀਨ ਕਰੋ ਮੈਂ बड़ा ही मायूस है इस कौम तो हाँ कि अपने हक वास्ते और जड़ा एक भाई अज एडा सोहना जुरतमंद और बोलने वाला पढ़िया लिखिया असी शहीद करा लिया ਉਹਦੇ ਜਨਾਜ਼ੇ ਵਿੱਚ ਵਟਵਲੇ ਸਾਰੇ ਇਕੱਠੇ ਹੋ ਜਾਣ ਦੇ ਉਹਨੇ ਜਿਸੇ ਆਵਾਜ਼ ਮਾਰੀ ਹੈ ਤੁਹਾਨੂੰ ਇਲਾਕੇ ਵਿੱਚ ਤੁਸੀਂ ਉਹਦੀ ਆਵਾਜ਼ ਸੁਣ ਕੇ ਬਾਹਰ ਨਹੀਂ ਨਿਕਲੇ ਜਨਾਜ਼ੇ ਵਿੱਚ ਸ਼ਾਮਲ ਹੋਵੋ ਤੇ ਤੁਸੀਂ ਜਨਾਜ਼ੇ ਪੜਨ ਵਾਲੀ ਕੌਮ ਹੈ जी BFT भाई बहुत 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 ज़बरदस्त बिल्कुल आपने हम सब की अक्कासी कर दी है ज़बरदस्त माशाल्लाह तो बिल्कुल ऐसा ही है जिन भाई बहनों ने सुना है चौधरी भाई को हम सब के यही जज्बात हैं तो प्लीज़ होश की नाखुन लें और अक्ल से ये आपके पास पहला और आखिरी मौका है 75 सालों से ठीक है ना तो कॉन्सनट्रेट करें मैं माइक को रोटेट करता हूँ आगे आते हैं मानी भाई के पास बिस्मिल्लाह जी अस्सलाम वालेकुम सब भाइयों को बहुत शुक्रिया BFT भाई बिल्कुल चौधरी साहब के जज्बात हैं इसी तरह सब हर बंदे के जज्बात हैं मैंने कल भी कहा था और चौधरी साहब ने आज फिर रिपीट कर दिया इस कौम के बारे में कि ये कौम जनाजे पढ़ने वाली है बिल्कुल ऐसा ही है चौधरी साहब मैं आपकी बात से 110% एग्री करता हूँ पहले तो हम पर्दे डालते रहे मैं ख़ुद मेरी कोशिश थी यार कि हमारी ब्रॉड से कोई मायूसी वाली न्यूज़ ना निकले लेकिन जब से पंजाब का कन्वेंशन जो है ना वो नाकाम हुआ है उस वक्त से लेके अभी तक जो है ना हम निकालते हैं हम गुस्सा करते हैं इन जर्नैलों को कहते हैं इन पॉलिटिशियंस को कहते हैं लेकिन देखा जाए तो कसूर इस कौम का है ठीक है इस कौम के कसूर की वजह से ठीक है आज सब हमें ये देखना पड़ रहा है आज जो हमने जवान शहीद करवा लिया अपना ठीक है बात आप बोली है कि जब उसने आवाज़ दी तो उसकी आवाज़ के साथ किसी ने भी लब्बैक नहीं कहा लेकिन आज उसका जनाजा माशाल्लाह देख लें वो सारे उसके जनाजे में मौजूद थे जितने भी सियासी हैं या जितने भी वो वर्कर हैं भाई आप निकलें अपने हक़ के लिए निकलेंगे तो तब जाके चेंज आएगी अगर आप अपने हक़ के लिए नहीं निकलेंगे तो इसी तरह आप मरते रहेंगे ओवर टू यू BFT भाई बिल्कुल ऐसा ही है फौजिया खान आपके पास आते हैं
السلام علیکم جی۔ میں تو سن رہی تھی اور کیا باتیں کی آج آپ نے بہت اچھی باتیں کی آج ان کو جگانے کے لیے ایسے ہی کچھ کرنا پڑے گا کیونکہ یہ ایسے سوئے رہتے ہیں صبح اٹھتے ہیں اپنے نارمل روٹین پہ لگ جاتے ہیں ان کو کوئی فکر نہیں پڑی ہمارے ملک میں کیا ہو رہا ہے کہ ادھر سے ایک عورت ہے اس کے شہروں پہ ہمارے جرنیل ناچ رہے ہیں ان کو کوئی پرواہ نہیں ہو رہی کہ ہو کیا رہا ہے اور وہ جو ایک بیگنا عورت کو آج انہوں نے اس طرح سے کس طریقے سے سزا سنا دی ان کا جنگل کا قانون چل رہا ہے کوئی پتہ نہیں کون کیا جا رہا ہے کدھر جا رہا ہے کیا ہو رہا ہے اور ان کو ویک اپ کال ملنی چاہیے مگر بات پھر اتنی ہے کہ کب سے لگے ہوئے ہیں خان صاحب کب سے لگے ہوئے ہیں جلسے کیے انہوں نے ہر جلسے میں انہوں نے ان کو ایک ایک ون بائی ون جو ہے نا ان کو ان کی حقیقتیں بتائی ہیں ان کو عوام کو تو میرے خیال سے کہ اب کوئی گنجائش نہیں رہ جاتی کہ ہم ان کو اس طریقے سے اب گالیاں پہ بات آ جاتی ہے بی ایف بھائی نے کہا کہ بلیک اینڈ وائٹ ہو چکا ہے سب کچھ اب تو یہ بات ہے کہ جس خاتون کو وہ لے کے آنا چاہتے ہیں اس کو خود بھی بلیو نہیں ہو رہا کبھی کبھی اس کی باڈی لینگویج دیکھو کبھی کبھی اس کی سائیکالوجی باتیں سنو تو پتہ چلتا ہے کہ اس کو خود بھی بلیو نہیں ہو رہا کہ اس کے ساتھ اتنا وہ مطلب کر رہے ہیں یہ اتنا مطلب مہربانیاں ہو رہی ہیں اس عورت کے اوپر تو آپ خود اندازہ لگائیں کہ جہاں پہ یہ قانون آئین کا کچھ دوسروں کے حقوق کا کچھ ہے ہی نہیں تو آگے آپ خود اندازہ لگا لیں جی جی بہت شکریہ خالد محمود بھائی آپ کے پاس آتے ہیں بسم اللہ جی السلام علیکم بہت شکریہ بی ایف ٹی بھائی چودھری مظفر بھائی السلام علیکم شاہ رخ خان جی بی ایف ٹی بھائی کیا رہا ہے ٹاپک کیا چل رہا ہے میرے بھائی جناب ٹاپک یہ ہم سب کے دل دکھے ہوئے ہیں اور ظاہری بات ہے جو شہزادے کا بھی آج انہوں نے بیسیکلی نامعلوم افراد نے قتل کیا اور یہ ارشد شریف کے ساتھ اس کا بھی نام چلا گیا مگر جب وہ آوازیں دے رہا تھا کالیں دے رہا تھا اوبیسی پاکستان کا مجاہد تھا پی ٹی آئی کا فیوچر تھا پاکستان کا فیوچر تھا اور اس کے ساتھ جو کیا نامعلوم افراد نے تو پلس ہیڈ کیوں نہیں نکل رہے تو اس پہ اگر آپ تھوڑی سی روشنی ڈالیں کہ بھئی یہ کیا ہو رہا ہے اور عوام کیوں یہ سوئی ہوئی چودھری بھائی کا یہی بات تھی فوزیہ خان نے بھی یہ بات کی مانی نے بھی یہ بات کی کہ بھئی سب یہ ہے کہ اوورسیز میں اگر ہم نے سب کچھ اوورسیز ہی کرنا ہے تو پھر ایسا کرو ان کو ادھر بھیج دو ہم ادھر چلے جاتے ہیں اوور ٹو یو خالد بھائی جی بی ایف ٹی بھائی سب سے پہلے تو میں یہ بڑا دل خراش کا سانحہ کیونکہ پاکستان ایک سانحات پر مشتمل ملک ہے جس میں سانحات ہی زیادہ ہوتے ہیں کچھ اور نہیں ہوتا سانحات ہی سانحات ہوئے ہیں اور وہ سانحات جس نے کروائے وہ بھی آپ کو پتہ ہے اور جس نے کیے وہ بھی ہم سب کو پتہ ہے تو آج ایک دل خراش شہادت ایک ہمیں دیکھنے کو ملی پاکستان تحریک انصاف اور حقیقی آزادی کے اس مجاہد کی اس کے لیے ہم نے ایصال ثواب کے ان کے ایصال ثواب کے لیے ہم نے ادھر فاتحہ خوانی بھی کی اللہ تبارک و تعالیٰ اسے قبول و منظور فرمائے اور اللہ پاک ان کی اس قربانی کو اپنی بارگاہ میں قبول و منظور فرمائے سب سے پہلی بات تو یہ اب دوسری بات جس وقت ہم لوگ کہتے ہیں کہ نامعلوم افراد نے گولی ماری میرے بھائی پہلی بات تو یہ ہے کہ نامعلوم کوئی نہیں ہمیں سب معلوم ہے کہ وہ کون سے افراد ہیں جنہوں نے گولیاں ماری جنہوں نے ان کو شہید کیا ایک ایک شخص ہمیں معلوم ہے اور ان کے نام بھی ہمیں معلوم ہے جو ماورائے عدالت قتل کرتے ہیں وہ بھی ہمیں معلوم ہے جو سیدھی گولیاں برساتے ہیں وہ بھی ہمیں معلوم ہے جو ظلم و تشدد کر کے انہیں جبر اور ظلم سے شہید کرتے ہیں وہ بھی ہمیں معلوم ہے جو کار ایکسیڈنٹ کرواتے ہیں وہ بھی ہمیں معلوم ہے چاہے وہ فائز عیسیٰ ہو چاہے ندیم انجم ہو چاہے فیصل نصیر ہو چاہے عامر فاروق ہو چاہے دلاور ہو چاہے عاصم منیر ہو چاہے وہ عاصم منیر ہو یا باجوہ ہو ایک ایک کردار کا ہمیں پتہ ہے حکم کہاں سے ملتا ہے وہ بھی ہمیں پھر پتہ ہے بغیرت
जज बशीर आ गया जिस बगैरत ने अगे भी सारे कसब कीते ने। आता हूँ उस बेगैरत के ऊपर भी आता हूँ चौधरी भाई, आता हूँ। एक एक का नाम हमें मालूम है। एक बेगैरत का नाम मैं नहीं ले सका, उस बेगैरत का नाम चौधरी मेरे मुदस्सिर ने लेकर अपनी ज़बान पलीद कर डाली। इन बेगैरतों का नाम लेने से पहले और लेने के बाद, लेने से पहले आऊज़ु बिल्लाहि मिनश शैतानिर रजीम, क्योंकि ये शैतानों के भी बाप हैं और शैतान भी इनसे पनाह मांगता है, तो इनके नाम लेने से पहले ताऊज़ पढ़ना चाहिए। और इनका नाम लेने के बाद मेरा हाल है कि आप ज़बान को इतनी बार धोएं, इतनी बार धोएं, इतनी बार धोएं कि आपकी ज़बान सफ़ेद हो जाए, तब जाकर आपकी ज़बान पाक होती है। ये वो नजस और ये कमीने लोग ये वो कमीने हैं। हमें हर बात का पता है, हर उस शख्स का पता है जो हुक्म देता है और जिसके हुक्म पर ये सारी कार्रवाइयाँ डाली जाती हैं। 9 मई करवाने वाला भी हमें पता है, 9 मई के सानियात करवाने वाला, अरशद शरीफ को मरवाने वाला हमें पता है, ज़िल शाह को मरवाने वाला, सब हमें पता है। ना मालूम ना कहा करें कि वर्दी में छुपे हुए वो गद्दार या वर्दी में छुपे हुए यहूद के वो गुंडे जिनके हाथों में ये गने और ये असला तो हमने दिया कि हमारी हिफाजत करें, लेकिन वो असला हम पर चलाया जाता है। ये वो बेगैरत हैं, ये वो बेगैरत हैं जिन्होंने हल्फ उठाते वक्त इस वतन और इस वतन की मिट्टी से और इस वतन के बासियों से वफा की कस्में खाई थीं। लेकिन ये वो बेगैरत हैं जो अल्लाह और उसके रसूल के नाम का पास ना रख सके। ये वो बेगैरत हैं जब ये पैदा हुए तो इनकी माँ भी रोई थी कि ये गंदगी क्यों पैदा हो गई। ये वो बेगैरत हैं, ये वो बेगैरत हैं जब ये पैदा हुए तो धरती आंसू बहा रही थी कि ये क्यों पैदा हो गई, मेरे सीने पे ये गंदगी क्यों आ गई। इनको जितना भी इधर मजम्मत में इनके लिए नहीं कहता, क्योंकि मजम्मत जो है तो वो मुहज़्ज़ब मुहाशरों के लिए इस्तेमाल किए जाने वाला एक लफ्ज़ है। चूँकि आप सब मुहज़्ज़ब मुहाशरों में रहते हैं और आप एक ज़िंदा कौमों के दरमियान रहने वाले वो लोग हैं जिन्हें आपके हकूक़ बराबर दिए जाते हैं। मैं एक उस मुल्क में हूँ, मुल्क तो जमहूरी है लेकिन गैर मुस्लिम मुल्क है, लेकिन आज तक मेरी एक पैनी भी नहीं खाई गई। मैं फ़ख्र से ये बात कहता हूँ, मुझसे टैक्स लिया जाता है और गरीबों को दिया जाता है। आज तक मेरा 1 रुपया इस मुल्क में नहीं खाया गया और मैं वो शख्स हूँ और इस मुल्क में मैं रह रहा हूँ जिस मुल्क में मैं रह रहा हूँ। हमें अपनी आवाज़ उठाने के लिए जिधर मर्जी हम खड़े हो जाएं, हम अपनी आवाज़ आज़ादी के साथ बुलंद कर सकते हैं, अपना एहतजाज रिकॉर्ड करवा सकते हैं, चाहे वो हाकिम वक्त के ख़िलाफ़ हो, किसी पुलिस वाले के ख़िलाफ़ हो या किसी इदारे के ख़िलाफ़ हो। हम सरापा एहतजाज होकर उस इदारे के सामने हड़ताल कर सकते हैं, उस इदारे के सामने हम एहतजाज कर सकते हैं। हमारे ऊपर किसी किस्म की आज तक टीयर गैस फायर नहीं किए गए, वाटर कैनन के ज़रिए हम पर जहरीला पानी आज तक नहीं फेंका गया, आज तक हमारे ऊपर गोलियां नहीं बरसाई गईं, लाठी चार्ज आज तक हम पर नहीं किया गया। यह बरतानिया की वो सरजमीन है जहाँ पर ये इस्लामी मुल्क नहीं और ना ही यहाँ पर इस्लामी हुकूमत है, लेकिन जान और माल का तहफ़्फ़ुज़ ऐसा है कि जैसे आपके इस्लामी ममालिक में नहीं। चाहे आप सऊदी अरेबिया की मिसाल ले लें या किसी गल्फ़ कंट्री की मिसाल ले लें, आपको इतने इख्तियारात वहाँ पर नहीं मिलते। आज ही मेरे कॉलीग्स ने, मेरे दोस्तों ने पाकिस्तान तहरीक इंसाफ के प्लेटफॉर्म से एक प्रोटेस्ट किया जो कि अगेंस्ट था जजेस के और यह जो फैसला सुनाया गया इसके, और पुलिस ने हमारा तहफ़्फ़ुज़ किया। वजह यह है कि हम एक गैर इस्लामी मुल्क में रहते हैं। हज़ार एहतजाज हमने रिकॉर्ड करवाए, कुछ इस मुल्क के ख़िलाफ़ भी हमने रिकॉर्ड करवाए, इनकी गवर्नमेंट्स के ख़िलाफ़ भी हमने रिकॉर्ड करवाए। आज तक हमें किसी किस्म की ना कुछ धमकी मिली, ना हमारे ख़िलाफ़ कोई मुकदमात दर्ज हुए, ना हमें रोका गया,
نہ ہمیں لاٹھی چارج کا سامنا کرنا پڑا، نہ ٹیئر گیس کا۔ وجہ یہ ہے کہ یہ غیر مسلم ہیں اور یہاں پر جمہوریت ہے۔ یہ ہمیں کہتے ہیں کہ اپنے حقوق کے لیے آواز اٹھاؤ۔ آپ اگر آواز نہ اٹھاؤ گے تو آپ کے حقوق کی آواز ہمارے پاس تک پہنچے گی کس طرح؟ ہم آپ کو آپ کے حقوق کس طرح دلا سکیں گے؟ یہ وہ لوگ ہیں۔ دوسری طرف اسلامی جمہوریہ پاکستان، وہاں پر نہ اسلام، نہ جمہور، اور نہ ہی کوئی فلاحی ریاست، اور نہ ہی وہ پاک۔ آئی ایم ریئلی سوری۔ پاکستان کے 24 کروڑ لوگ، ستو پی کر سوئے ہوئے لوگ، جو کتے کی طرح دم ہلاتے ہیں جاگیرداروں کے سامنے، وڈیروں کے سامنے، تاکہ چند روپے کی بھیک بطور قرض وہ حاصل کر سکیں۔ اپنی زندگیاں، اپنی اولادیں، اپنی بیویاں گروی رکھ دیتے ہیں وڈیروں کے سامنے۔ یہ وہ لوگ ہیں جنہیں آج تک شعور نام کی چیز سے کوئی آشنائی نہ ہوئی۔ شعور کیا بلائے، انہیں یہ پتہ ہی نہیں کہ شعور کسے کہتے ہیں۔ یہ وہ لوگ ہیں جو آج تک اپنے حقوق کے لیے اٹھ نہ سکے۔ اب آپ کہیں گے کہ انہیں سکھایا نہ گیا۔ جس طرح عمران خان اور ڈاکٹر طاہر القادری نے اپنے دھرنوں کے درمیان ان کو ایجوکیٹ کیا، شاید ہی کسی قوم کو اس طرح ایجوکیٹ کیا جائے، لیکن پتہ ان کو سب کچھ ہے۔ یہ وہ لوگ ہیں جو اپنا ایمان بہت سستے میں بیچتے ہیں۔ کبھی بریانی کی پلیٹ پر اپنا آپ بیچ دیتے ہیں، کبھی چند ہزار روپوں کی خاطر اپنا ضمیر بیچ دیتے ہیں، اپنا ایمان بیچ دیتے ہیں۔ اور یہ وہ لوگ ہیں جن کے بارے میں امریکہ نے کہا تھا کہ اگر ان لوگوں کو ڈالرز دیے جائیں تو یہ اپنی مائیں بھی بیچ ڈالیں۔ یہ ہے ان کی عزت، یہ ہے ان کی آبرو، یہ ہے ان کا وقار، جو بین الاقوامی ممالک میں انہیں جن تمغات سے نوازا جاتا ہے وہ یہ الفاظ ہیں کہ اگر ان کو ڈالرز دکھائے جائیں تو یہ اپنی ماؤں کو بھی بیچ دیں۔ اب وجہ کیا بنی ان کی بے غیرتی کی؟ وجہ کیا بنی ان کی اس قسم کے، وہ کیا کہتے ہیں کہ ضمیر، مردہ ضمیر ہونے کی؟ تو ان کے ضمیر مردہ کر دیے گئے۔ کس طرح کیے گئے؟ ساری زندگی جب سے ہوش سنبھالا آج تک انہیں بھیک 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 اور بس بھیک کا ہی ایک چیز، ایک تانا ملا کہ تم وہ جو آئی ایم ایف کے مقروض ہو، تم وہ ہو جو آئی ایم ایف سے قرضے لے کر کبھی سڑکیں بنا لیتے ہو، کبھی کیا کر لیتے ہو، کبھی کیا کر لیتے ہو۔ تمہارے ملک کا بچہ بچہ آئی ایم ایف کا مقروض ہے، تمہاری آنے والی نسلیں آئی ایم ایف کی مقروض ہیں، تم قرض کے اندر دھسے ہوئے ہو، دبے ہوئے ہو، تم ایک غلام قوم ہو۔ انہیں غلامی سکھائی گئی، انہیں آزادی کا بتایا ہی نہ گیا کہ آزادی کیا چیز ہوتی ہے اور آزادی کتنی بڑی نعمت ہوتی ہے۔ بظاہر تو ہم آزاد ہیں، ہم پاکستان کی سرزمین کے باسی ہیں، لیکن وہ پاکستان جنہیں ہم نے اپنی حفاظت پر معمور کیا، وہ پاکستان کو بیچ آئے، وہ ہماری ماؤں، بہنوں، بیٹوں، بیٹیوں کو بیچ کر آ گئے۔ اب کوئی ان کے حقوق کے لیے لڑے یا نہ لڑے، پرواہ کوئی نہیں ان کو۔ وجہ یہ ہے کہ یہ مردہ ضمیر لوگ ہیں، اور ان کی کثرت جو ہے تو وہ پنجاب میں پائی جاتی ہے۔ آئی ایم ریئلی سوری، یہ پنجاب میں کثرت سے پائے جاتے ہیں۔ یہ وہ ہیں کہ ان کے سامنے ان کی ماؤں، بہنوں، بیٹیوں کو اٹھا لیا جاتا ہے مگر یہ نہیں بولتے۔ یہ گھروں میں بیٹھ کر ٹی وی کے سامنے نعرے لگاتے ہیں کہ انقلاب لے کے آئیں گے، جوانیاں بھی لٹائیں گے، انقلاب لے کر آئیں گے۔ جب کسی پولیس والے کا ایک ڈنڈا ان کو پڑتا ہے تو یہ کتے کی طرح پھر وہ گھس جاتے ہیں اپنے گھروں میں۔
یہ وہ لوگ ہیں. ہاں یہ نکلتے ہیں، یہ لوگ نکلتے ہیں اور بڑے ہی آب و تاب کے ساتھ نکلتے ہیں، بڑے جذبات کے ساتھ نکلتے ہیں. جب انہوں نے اپنے بہادر لیڈر کا جنازہ اٹھانا ہوتا ہے، جب یہ اپنے بہادر لیڈر کا جنازہ اٹھانے کے لیے، اپنے رہنماؤں کا جنازہ اٹھانے کے لیے نکلتے ہیں، تو پھر یہ اتنی تعداد میں نکلتے ہیں کہ مینار پاکستان کے سبزہ زار کو کھچا کھچ بھر دیتے ہیں. یہ اتنی تعداد میں نکلتے ہیں جنازہ اٹھانے کے لیے کہ سڑکوں پر، چوراہوں پر ایک انسان کے گزرنے کی جگہ تک نہیں بچتی. یہ ٹریفک کو جام کر دیتے ہیں. یہ صرف جنازے اٹھانے کے لیے نکلتے ہیں. انہوں نے آج تک اپنے حقوق کے لیے لڑنے والوں کا نعرہ صرف 7 نعروں کی حد تک دیا. انہوں نے نعرے تو بے شمار لگائے کہ خان قدم بڑھاؤ ہم تمہارے ساتھ ہیں، بھٹو قدم بڑھاؤ ہم تمہارے ساتھ ہیں، ہر گھر سے بھٹو نکلے گا تم کتنے بھٹو مارو گے، ہم لیاقت علی خان تیرے جان نثار، بے شمار بے شمار. یہ وہ بغیرت ہیں جو صرف نعرے جانتے ہیں. آج تک یہ قوم اپنے اوپر کیے گئے ظلموں کا بدلہ نہ لے سکی. لیاقت علی خان کو گولیوں سے چھلنی کر دیا گیا، یہ اپنی بیویوں کے پلوؤں سے بندھے رہے. پھر اس کے بعد اختر نون کی حکومت کو برطرف کر دیا گیا، انہوں نے اپنی بیویوں کا پلو نہ چھوڑا. پھر ذوالفقار علی بھٹو کو تختہ دار پر لٹکا دیا گیا، یہ بغیرت اپنی بیویوں کے تلوے چاٹتے رہے. آج عمران خان کی باری ہے، آج عمران خان کی باری ہے. اگر میں کہوں تو اس قوم کو لیڈر نہیں چاہیے، اس قوم کو وہ لوگ چاہیے جو ان کی دلالی کریں، یعنی کہ بڑوے. اس بزدل قوم کو کبھی نہیں نکلنا. اس بزدل قوم کے لیے اگر ہم یہ کوششیں کر رہے ہیں، گلے پھاڑ پھاڑ کر ادھر بیٹھ کر گلے پھاڑ رہے ہیں، مالی، فزیکلی، جانی کسی قسم کی بھی مدد ہو سکے ہم کوشش کرتے ہیں، لیکن یہ وہ لوگ ہیں جو اپنے لیے کچھ کام تلاش نہیں کرتے، اپنے کندھوں سے اپنے وہ کیا کہتے ہیں کہ طاقت بازو سے تبدیلی نہیں لاتے. یہ ان کو اگر کہا جائے تو پنجابی کی ایک زبان میں، پشتو کی زبان میں ایک لفظ ہے کہ خیرات خور. خیرات خور اس کو کہا جاتا ہے جو خود بھی زکوٰۃ پر پلے، جو بچوں کو بھی زکوٰۃ پر پلنے پر مجبور کر دے اور پھر اس کے آنے والی نسلوں پر کو بھی. ان لوگوں نے بھیک مانگنا، زکوٰۃ لے کر کھانا اور مانگ تانگ کر گزر کرنا اپنا ذریعہ معاش بنا لیا ہے. اب اس قوم کو مرنا ہوگا. اللہ تبارک و تعالی اگر یہ آج نہیں نکلتے تو میں یہ دعا کروں گا کہ پھر یہ دھرتی پر بوجھ ہیں، تو اللہ تبارک و تعالی انہیں زمین اور آسمان کے درمیان نیست و نابود کر دے، کیونکہ بوجھ دھرتی کے اوپر موجود اچھا نہیں لگتا. اس بوجھ کو اب ختم ہو جانا چاہیے. کیوں کہ اقبال نے بھی اور پھر قرآن نے بھی دونوں چیز، قرآن مجید میں ایک آیت ہے جس کا ترجمہ اقبال کا ایک شعر ہی بنتا ہے کہ خدا نے آج تک اس قوم کی حالت نہیں بدلی، خدا نے آج تک اس قوم کی حالت نہیں بدلی، نہ وہ خیال جس کو آپ اپنی حالت کے بدلنے کا، تو انہیں آج تک اپنی حالت کے بدلنے کا خیال تک ہی نہیں آیا. یہ اس خوش فہمی میں رہتے ہیں کہ کوئی ایسا آئے گا جو جادو کی چھڑی سے سارا نظام تبدیل کر دے گا اور انہیں سونے کے چمچ میں اور چاندی کی پلیٹ میں کھانا پروس کر دے گا اور یہ کھائیں گے. یہ وہ بے غیرت قوم ہے. یہ تبدیلی چاہتی ضرور ہے لیکن دوسرے کے کندھے استعمال کر کے. یہ اپنے بچوں کا مستقبل تو سنوارنا چاہتے ہیں لیکن جو دوسروں کی چھاتیوں پر گولیاں کھلوا کر. یہ ضرور چاہتے ہیں کہ ان کے گھروں میں بھی شعور کی شمع روشن ہو، لیکن یہ اس
یہ اس طرح چاہتے ہیں، شعور کی شمع کو روشن اس طرح کروانا چاہتے ہیں کہ دوسروں کے گھر جل جائیں تاکہ ان کے گھروں میں روشنی پیدا ہو جائے۔ یہ دوسروں کے گھروں کو جلا کر اپنے گھروں میں روشنی پیدا کرنے والے بے غیرت ہیں۔ یہ بھی چاہتے ہیں کہ ان کے بچے بھی آگے پڑھیں لکھیں اور ترقی کریں، لیکن اس کے لیے ارشد شریف بھی شہید ہو جائے، ذل شاہ بھی شہید ہو جائے، سبی جیسے صانعات بھی ہوں، نومئی بھی ہو، ماڈل ٹاؤن بھی ہو، لوگوں کے سب مر جائیں، ان کے بچے بچے رہیں۔ یہ خود قربانی نہیں دینا چاہتے، یہ چاہتے ہیں کہ لوگ ان کے لیے قربانیاں دیں، اور پھر جو دوسروں پر انحصار کیا کرتے ہیں وہ گہرے گڑھوں میں گرا کرتے ہیں۔ تو اگر آج یہ نہیں نکلتے اپنے حقوق کی خاطر، آج یہ تبدیلی کے لیے نہیں نکلتے، آج یہ خان صاحب کو اور پاکستان تحریک انصاف کو ووٹ نہیں دیتے، صرف اور صرف اس وجہ سے کہ انہیں مارا جائے گا، ان کے اوپر لاٹھی چارج ہوگا، ان پر ظلم ہوگا، تو پھر اس قوم کا مر جانا ہی بہتر ہے۔ پھر یہ قوم مر جائے تو سب سے بہتر ہوگا۔ کیوں کہ اگر یہ زندہ رہتے ہیں تو ہم روزانہ تل تل مریں گے ان کے غم دیکھ کر۔ تو میں یہ دعا کروں گا کہ یا مالک و مولا، اگر اب بھی یہ اپنے حقوق کے لیے نہیں نکلتے تو ان کو تباہ کر دے، ان کو ختم کر دے، ان کو روئے زمین سے اٹھا لے، تاکہ ہمارے کچھ غم تھوڑے ہلکے ہو جائیں۔ ہم نے تو یہ عہد کر رکھا ہے، ہم تو خان کی آواز میں اپنی آواز میں لائے ہوئے ہیں، اور ہم یہ کہتے ہیں کہ خون دل دے کے نکھاریں گے رخ برگ گلاب، خون دل دے کے نکھاریں گے رخ برگ گلاب، ہم نے گلشن کے تحفظ کی قسم کھائی ہے، لیکن گلشن کے تحفظ کی قسم ہم نے کھائی ہوئی ہے، گلشن میں موجود یہ جو درندے، یہ بیڑیے، یہ سانپ اور آستین کے سانپ ہیں، ہم نے ان کا تحفظ نہیں کرنا، ہم نے ان کا سر کچلنا ہے، ہم نے ان کا سر کچلنا ہے، چاہے وہ میری قوم میں ہوں، چاہے وہ میرے گھر میں ہوں، چاہے وہ میرے عزیز و اقارب ہوں، چاہے جو بھی ہوں، ان کا سر کچلنا ضروری ہے۔ کیوں کہ یہ آستین کے وہ سانپ ہیں جو جب ڈستے ہیں تو لگ پتہ جاتا ہے، یہ بندہ مرنے سے پھر رکتا ہی نہیں۔ آپ کا اور میرا کپتان بھی انہی آستینوں کے سانپوں کا ڈسا ہوا ہے۔ یہ بے غیرت اگر پنجابی اور پاکستانی نہ ہوتے تو آج یہ دن ہمیں دیکھنا نہ پڑتا، یا پھر خان اگر کسی ملک میں پیدا ہو جاتا تو پھر آج اس ملک کی حالت ہی بدلی ہوئی ہوتی۔ یہ ان بے غیرت 24 کروڑ کی وجہ سے آج ہمارا لیڈر، آپ کا لیڈر، آج انتقال مصائب اور تکالیف کا شکار ہوا ہے۔ جی اوور ٹو یو جی مانی بھائی، آپ چلائیں فوزیہ بہن۔ سوری کچھ زیادہ ہی کہی گا۔ بہت شکریہ خالد بھائی، بہت شکریہ۔ ਇਹਨਾਂ ਦਾ ਟਾਈਮ ਆ ਗਿਆ, ਆਖਰੀ ਇਮਤਿਹਾਨ ਇਹਨਾਂ ਦਾ 8 ਫਰਵਰੀ ਨੂੰ। ਇੱਥੇ ਵੀ ਪਤਾ ਲੱਗ ਜਾਂਦਾ ਪਾਕਿਸਤਾਨੀ 8 ਫਰਵਰੀ ਨੂੰ ਆਪਣੇ ਇਮਤਿਹਾਨ ਵਿੱਚ ਪਾਸ ਹੁੰਦੇ ਨੇ ਕਿ ਫੇਲ। جی چوہدری صاحب بالکل ایسا ہی ہے جی۔ حمدان بھائی کیا یہ اچھا ایک دیکھیں منٹ میرے بھائی، وہ شہریار بھائی بیٹھے ہوئے تھے، نظر نہیں آ رہا، ایک منٹ واپس لے رہا ہوں اس کو، واپس لے رہا ہوں، نظر نہیں آ رہے، بیٹھے ہوئے وہ۔ نیوز ہے تو سنا دیں، بریکنگ نیوز ہے کوئی سنا دیں۔ شاہ رخ سے میرے خیال میں وہ۔ السلام علیکم ورحمۃ اللہ وبرکاتہ۔ وعلیکم السلام سر۔ وعلیکم السلام ورحمۃ اللہ۔ جی پہلی گل تے کی نہ لئیدا 9 مئی جڑی ہے نا او وے ساڈے نال دھوکھا، ٹھیک ہے، کچھ بھی نہیں ہویا 9 مئی نو، نہ پی ٹی آئی ورکر نے کچھ کیتا، خان نے کدی کسی نو یہ نہیں سکھایا کہ تسی زیادتی کرو۔ خان تے ملک نو بنان والا، توڑن والا نہیں۔ پہلی گل 8 فروری نو یقین منو واپس نہ جائیے گھر جدوں تک خان جڑا نا سلیکٹ نہ ہو جائے، کیونکہ ووٹ ہی خان دا وے۔ جے اسی اس دن خالی ووٹ پا کے گھر ٹر گئے نا تو یقین منو بڑی وڈی زیادتی ہے، اپنی ذات نہ زیادتی۔ خان نہ کوئی زیادتی نہیں، خان نو تے اللہ انج نوازے گا کہ خدا دی قسم اکھاں کھول کے ویکھن گے کہ اللہ نے کیتا کی خان دے نال۔ اے جو مرضی کر لین، جنیاں مرضی سزاواں دے لین،
ਜੋ ਮਰਜ਼ੀ ਕਰ ਲੈਣ, ਉਹਨੂੰ ਕੁਛ ਵੀ ਨਹੀਂ ਹੋਣਾ ਜਦ ਤੱਕ ਅੱਲਾ ਨਾ ਚਾਵੇ। ਖਾਨ ਵਾਸਤੇ ਨਿਕਲਾਂਗੇ, ਵਾਪਸ ਘਰ ਨਹੀਂ ਜਾਵਾਂਗੇ ਜਦੋਂ ਤੱਕ ਖਾਨ ਸਿਲੈਕਟ ਨਹੀਂ ਹੋਏਗਾ ਇਨਸ਼ਾਅੱਲਾ ਤਾਲਾ। ਖਾਨ ਵੋਟ ਨਾ ਲਾਏਗਾ, ਖਾਨ ਵੋਟ ਨਾ ਲਾਏਗਾ, ਖਾਨ ਕਿਸੇ ਆਰਮੀ ਚੀਫ ਦੀ ਕਿਸੇ ਹੁਕਮ ਨਾਲ ਨਹੀਂ ਆਏਗਾ, ਖਾਨ ਅੱਲਾ ਦੇ ਹੁਕਮ ਨਾਲ ਆਏ ਆਵੇ। ਜਦੋਂ ਤੱਕ ਮੈਂ ਖਾਨ ਸਾਹਿਬ ਨੂੰ ਜਾਣਦਾ ਨਹੀਂ ਸਾਂ, ਮੈਂ ਕਦੀ ਸਿਆਸਤ ਵਿੱਚ ਗੌਰੋ ਫਿਕਰ ਨਹੀਂ ਸੀ ਕੀਤਾ। ਮੈਂ ਕੈਨੇਡਾ 'ਚ ਰਹਿਣਾ, ਨਾ ਮੈਨੂੰ ਇੰਨੀ ਜ਼ਰੂਰਤ ਸੀ। ਲੇਕਿਨ ਜਦੋਂ ਮੈਂ ਖਾਨ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ, ਮੈਂ ਵੇਖਦਾ ਹਾਂ ਕਿ ਮੇਰੇ ਭੈਣ ਭਰਾ ਏਡੇ ਪੜ੍ਹੇ ਲਿਖੇ ਨੇ, ਖਾਨ ਨੂੰ ਸਪੋਰਟ ਕਰਦੇ ਨੇ। ਤੇ ਮੈਂ ਖਾਨ ਸਾਹਿਬ ਨੂੰ ਜਦੋਂ ਮੈਂ ਜਾਣਨਾ ਸ਼ੁਰੂ ਕੀਤਾ, ਮੈਂ ਕਿਹਾ ਓਹੋ ਯਾਰ, ਸਿਆਸਤ ਵਿੱਚ ਯਾਰ ਕਮ ਸੇ ਕਮ ਇੱਕ ਬੰਦਾ ਤੇ ਚੰਗਾ ਵੇ ਯਾਰ। ਅੱਲਾ ਦਾ ਸ਼ੁਕਰ, ਮੈਂ ਯਕੀਨ ਮੰਨੋ, ਮੈਂ ਅੱਲਾ ਦਾ ਸ਼ੁਕਰ ਅਦਾ ਕਰਨਾ, ਯਾ ਅੱਲਾ ਕਿ ਤੂੰ ਮੈਨੂੰ ਸਮਝ ਦਿੱਤੀ, ਤੂੰ ਮੈਨੂੰ ਅਕਲ ਦਿੱਤੀ ਕਿ ਮੈਂ ਖਾਨ ਨੂੰ ਇੱਕ ਅੱਛਾ ਇਨਸਾਨ ਸਮਝਣਾ। ਖਾਨ ਅੱਛਾ ਇਨਸਾਨ ਨਹੀਂ, ਖਾਨ ਵਾਕਈ ਇਨਸਾਨ ਹੈ, ਜਿਹਨੂੰ ਕਹਿੰਦੇ ਨੇ ਇਨਸਾਨ। ਇਹਨਾਂ ਨੂੰ ਇਹ ਜਿਹੜੇ ਕਿਨ ਲਈਦਾ ਵੇ ਆਰਮੀ ਚੀਫ, ਦੂਸਰੀ ਡਿਬੇਟ ਤੇ ਚਲੇ ਜਾਓ, ਆਰਮੀ ਚੀਫ ਸਾਹਿਬ ਦੇ ਉੱਤੇ ਫੋਟੋ ਲਾਈ ਹੈ ਉਹਨਾਂ ਨੇ, ਇੰਨੀ ਗੰਦੀ ਗਾਲਾਂ ਕੱਢਦੇ ਨੇ, ਇੰਨੀਆਂ ਗੰਦੀਆਂ ਗਾਲਾਂ ਕੱਢਦੇ ਨੇ, ਖੁਦਾ ਦੀ ਕਸਮ ਅਗਲੇ ਬੰਦੇ ਨੂੰ ਮਿਊਟ ਲਾ ਕੇ ਉਹਦੀ ਇੱਜ਼ਤ ਕਰਦੇ ਨੇ। ਇਹ ਕਰਦੇ ਹੋ ਤੁਸੀਂ ਯਾਰ, ਹਾਂ ਇਹ ਵੇ ਇਹਨੂੰ ਸਪੋਰਟ ਕਰਦੇ ਹੋ। ਪਾਕ ਆਰਮੀ ਕਿੱਥੋਂ ਆ ਗਈ ਪਾਕ? ਇਹਨੂੰ ਪਾਕ ਕਹਿੰਦੇ ਨੇ, ਪਾਕ ਆਰਮੀ, ਪਾਕ ਖਾਲੀ ਇਹਨਾਂ ਨੇ ਨਾਂ ਰੱਖਿਆ ਪਾਕ ਆਰਮੀ। ਮੈਂ ਜ਼ਰਾ ਜਜ਼ਬਾਤੀ ਹੋ ਰਿਹਾ, ਮੈਨੂੰ ਨਾ ਜ਼ਰਾ ਯਕੀਨ ਮੰਨੋ, ਮੈਂ ਨਾ ਬੜਾ ਪਰੇਸ਼ਾਨ ਆ। ਮੈਂ ਇਸ ਗੱਲੇ ਪਰੇਸ਼ਾਨ ਆ ਕਿ ਸਾਡੇ ਬੱਚਿਆਂ ਨਾਲ ਜ਼ਿਆਦਤੀ ਏ, ਸਾਡੇ ਮੁਲਕ ਨਾਲ ਜ਼ਿਆਦਤੀ ਏ। ਕੱਲ ਨੂੰ ਅਸੀਂ ਇਹ ਨਾ ਹੋਵੇ ਕਿ ਅਸੀਂ ਜ਼ਾਇਆ ਹੋ ਜਾਈਏ। ਯਕੀਨ ਮੰਨੋ ਮੈਂ ਕੈਨੇਡਾ ਦੇ ਵਿੱਚ ਰਹਿਣਾ ਵਾ, ਖੁਦਾ ਦੀ ਕਸਮ ਸਾਡਾ ਮੁਲਕ ਜਿਹੜਾ ਨਾ, ਸਾਡੇ ਮੁਲਕ ਨੂੰ ਜ਼ਰੂਰਤ ਹੈ ਖਾਨ ਦੀ, ਸਾਨੂੰ ਜ਼ਰੂਰਤ ਹੈ ਖਾਨ ਦੀ। ਖਾਨ ਨੂੰ ਅਗਰ ਅਸੀਂ ਗਵਾ ਦਿੱਤਾ ਨਾ, ਇਸ ਤੋਂ ਬਾਅਦ ਖਾਨ ਨਹੀਂ ਲੱਭਣਾ। ਖਾਨ ਨੂੰ ਗਵਾਈਓ ਨਾ, ਖਾਨ ਵੀ ਨੀਡ ਖਾਨ ਸਾਡੀ ਜ਼ਰੂਰਤ ਹੈ। ਯਕੀਨ ਮੰਨੋ ਕਿਸੇ ਹੋਰ ਮੁਲਕ ਕੋ ਖਾਨ ਹੋਵੇ ਨਾ, ਅੱਲਾ ਦੀ ਕਸਮ ਖਾਨ ਨੂੰ ਤਖਤ ਤੇ ਬਾਣ, ਤਖਤ ਤੇ ਖਾਨ ਨੂੰ ਤਖਤ ਤੇ ਬਾਓ, ਅੱਖਾਂ ਤੇ ਬਾਓ, ਆਪਣੀ ਪਲਕਾਂ ਤੇ ਬਾਓ, ਤੇ 8 ਫਰਵਰੀ ਨੂੰ ਘਰ ਨਾ ਜਾਈਓ। ਜਦੋਂ ਤੱਕ ਆਪਣਾ ਫੈਸਲਾ ਨਾ ਆ ਜਾਏ, ਘਰ ਨਾ ਜਾਈਓ। ਪੂਰੀ ਯਕੀਨ ਮੰਨੋ, ਉੱਥੇ ਜਿਵੇਂ ਕਿ ਨਾ ਲਈਦਾ ਇੱਕ ਘਰ ਦੇ ਵਿੱਚ ਕੋਈ ਚੂਹਾ ਵਾੜਿਆ ਜਾਂਦਾ ਨਾ, ਅੰਜ ਹੋਣਗੇ ਨੂਨ ਲੀਗ ਵਾਲੇ, ਬਾਕੀ ਪਾਰਟੀਆਂ ਵਾਲੇ, ਤੇ ਅੰਜ ਹੋਣਗੇ PTI ਵਾਲੇ, ਜਿਵੇਂ ਘਰ ਦੇ ਬੰਦੇ ਹੁੰਦੇ ਨੇ। ਇੰਨੀ ਤਾਦਾਦ ਹੋਏਗੀ ਇਨਸ਼ਾਅੱਲਾ ਤਾਲਾ ਸਾਡੀ। ਜੇ ਅਸੀਂ ਇੰਨੀ ਤਾਦਾਦ ਲੈ ਕੇ ਵੀ ਘਰ ਜਾਈਏ ਨਾ ਖਾਲੀ, ਤੇ ਯਕੀਨ ਮੰਨੋ ਫਿਰ ਸਾਡਾ ਕੋਈ ਹਾਲ ਨਹੀਂ, ਫਿਰ ਅਸੀਂ ਫੇਲ ਆ ਯਾਰ, ਫਿਰ ਅਸੀਂ ਕੁਛ ਨਹੀਂ ਕਰ ਸਕਦੇ। ਖਾਨ ਨਾ ਗਵਾਈਓ, ਖੁਦਾ ਦਾ ਵਾਸਤਾ ਜੇ। ਅਸੀਂ ਕਤਰਾ ਮਿਲ ਕੇ ਸਮੁੰਦਰ ਬਣ ਜਾਾਂਗੇ ਸਭ ਤੋਂ ਵੱਡਾ। ਨਾ ਤੁਸੀਂ ਜਾਈਓ, ਬਾਕੀ ਕਿਸੇ ਨੂੰ ਅਸੀਂ ਗੱਲ ਨਹੀਂ ਕਰਦੇ। ਆਰਮੀ ਸਾਹਿਬ ਜੇ ਆਰਮੀ ਸਾਡੀ ਆਰਮੀ ਹੈ, ਇਹ ਚੀਫ ਆ ਗਿਆ ਤੇ ਕੀ ਹੈ, ਬੰਦੇ ਤਾਂ ਬਦਲਦੇ ਹੀ ਰਹਿੰਦੇ ਨੇ। ਅੱਲਾਹ ਤਾਲਾ ਉਹਨਾਂ ਨੂੰ ਹਦਾਇਤ ਦੇਵੇ। ਕੁਰਾਨ ਪਾਕ ਦੇ ਹਾਫਜ਼ ਨੇ, ਪਤਾ ਨਹੀਂ ਅੱਲਾਹ ਤਾਲਾ ਨੇ ਉਹਨਾਂ ਤੇ ਅਜ਼ਾਬ ਹੀ, ਯਕੀਨ ਮੰਨੋ ਅਜ਼ਾਬ ਹੀ ਹੈ। ਖੁਦਾ ਦਾ ਵਾਸਤਾ ਜੇ ਘਰ ਨਾ ਜਾਈਓ, ਅਸੀਂ ਜਿੰਨੇ ਵੀ ਆਵਾਂ ਘਰ ਨਾ ਜਾਈਓ ਜਦੋਂ ਤੱਕ ਸਾਡਾ ਫੈਸਲਾ ਨਾ ਆ ਜੇ। ਜੇ ਗਲਤ ਫੈਸਲਾ ਆਇਆ, ਅਸੀਂ ਉਹ ਤੋਂ ਵਾਪਸ ਉਦੋਂ ਤੱਕ ਨਹੀਂ ਆਣਾ ਜਦੋਂ ਤੱਕ ਸਾਡਾ ਸਹੀ ਫੈਸਲਾ ਨਾ ਆਵੇ। ਇਹ ਨਹੀਂ ਹੈ ਕਿ ਕੋਈ ਅਸੀਂ ਪਾਈਏ ਵੋਟ ਖਾਨ ਨੂੰ, ਨਿਕਲੇ ਸ਼ਰੀਫ ਨੂੰ, ਜਿਹੜਾ ਖਾਲੀ ਨਾਂ ਦਾ ਹੀ ਸ਼ਰੀਫ ਹੈ। ਇੱਕ ਨਾਰਾ ਵੇ ਇਯਾਕ ਨਅਬੁਦੁ व इय्याक नस्ताईन, ਐ ਅੱਲਾ ਅਸੀਂ ਤੇਰੀ ਇਬਾਦਤ ਕਰਨੇ ਆ ਤੇ ਤੇਰੇ ਕੋਲ ਹੀ ਮਦਦ ਮੰਗਨੇ ਆ। ਇੱਕ ਵਾਰੀ ਸ਼ੇਰ, ਇੱਕ ਵਾਰੀ ਫੇਰ। ਵਾਹ ਬਈ ਵਾਹ, ਕਿਆ ਜੋੜ, ਕਿਆ ਮੁਤਨਾਜ਼ਾ। ਉਹ ਜਰਾ ਉਹਨੂੰ ਕਿਨੇ ਲਈਦਾ ਵਜ਼ਨ ਤੇ ਕਰੋ। ਉਹ ਇੱਕ ਬੰਦੇ ਦੀ ਤਕਰੀਰ ਸੁਣੋ। ਮੈਂ ਬਲੀਵ ਲਾ ਇਲਾਹਾ इल्लल्लाह। एक बंदा, मुझे क्यों निकाला? वाह, खान बैठा यार, खान जवान आदमी है। खान का साथ असी सारे इत्थे बैठे हैं, असी खान वास्ते बैठे हैं ते खान साडे वास्ते बैठा है। यकीन मनो खान नूं कोई जरूरत नहीं, ना तुहाडी ना मेरी। खान फिर भी कला लड़दा रहेगा। खान ने जिहड़ी गल कीती है ना, जिद्दी आदमी हो, ठीक है, वो लड़ेगा, वो कदी नहीं हार मनेगा, ना वो छड़ेगा, क्योंकि वो अल्लाह ते यकीन है। ਜਿਹੜੇ ਅੱਲਾ ਤੇ ਯਕੀਨ ਰੱਖਦੇ ਨੇ, ਈਮਾਨ ਰੱਖਦੇ ਨੇ, ਉਹ ਕਦੀ ਨਹੀਂ ਹਾਰ ਮੰਨਦੇ। ਤੇ ਯਕੀਨ ਮੰਨੋ, ਅਸੀਂ ਅਗਰ ਮੁਸਲਮਾਨ ਆ ਨਾ, ਸਾਡਾ ਰੱਬ ਤੇ ਯਕੀਨ ਹੈ, ਸਾਨੂੰ ਵੀ ਹਾਰ ਨਹੀਂ ਮੰਨਣੀ ਚਾਹੀਦੀ। ਅਸੀਂ ਵੀ ਨਾ ਹਾਰ ਮੰਨੀਏ। ਸਾਨੂੰ 10 ਸਾਲ ਕੈਦ ਹੋ ਗਈ, 14 ਸਾਲ ਹੋ ਗਈ, ਸਾਡੀ ਮਾਂ ਨੂੰ ਕਰ ਦਿੱਤੀ ਇਹਨਾਂ ਨੇ, ਕੋਈ ਗੱਲ ਨਹੀਂ। 8 ਫਰਵਰੀ ਨੂੰ ਅਸੀਂ ਇਹਨਾਂ ਨੂੰ ਦੱਸਾਂਗੇ
ਕਿ ਹੁੰਦਾ ਕੀ ਹੈ, ਅਸਲ ਹੈ ਕੀ ਹੈ। ਇਹ ਕੋ ਤੇ ਇਹ ਮੈਦਾਨ। ਜਜ਼ਾਕੱਲਾ ਖੈਰ। ਮੈਂ ਬਸ ਇੰਨਾ ਹੀ ਕੁਝ ਕਹਿਣਾ ਚਾਹੁੰਦਾ ਹਾਂ। ਤੁਹਾਡੀ ਮਿਹਰਬਾਨੀ, ਤੁਸੀਂ ਮੇਰੀ ਗੱਲ ਸੁਣੀ, ਮੇਰੇ ਜਜ਼ਬਾਤ ਦੀ ਕਦਰ ਕੀਤੀ, ਬੜੀ ਮਿਹਰਬਾਨੀ। ਐਵੇਂ اخلاق ਵੇਖੋ ਤੁਸੀਂ, ਮੈਂ ਗੱਲ ਕਰ ਰਿਹਾ ਹਾਂ, ਅਸੀਂ ਕਿੰਨੇ ਪਿਆਰ ਨਾਲ, ਤੁਸੀਂ ਖਾਮੋਸ਼ੀ ਨਾਲ ਸੁਣ ਰਹੇ ਹੋ ਯਾਰ, माशाल्लाह। सलाम सर। जिंदाबाद शाहरुख भाई, जिंदाबाद। शाहरुख भाई आपकी बातें जो है ना वो दिल में लगती हैं, क्योंकि ये जज्बात हैं, ये सिर्फ मुंह से निकली हुई बातें नहीं हैं, ये आपके जज्बात हैं जो निकल रहे हैं। और सेम जज्बात जो जितने भी यहाँ पे ब्रॉड पे बैठे हुए हैं सब के हैं। जी ओवर टू यू बुमदान भाई। मानी रेहान खान ज़ेब के कत्ल की जिम्मेदारी दाइश ने कबूल कर ली थी। ये सब बकवास है। कल भी आपका एक टेररिस्ट का ग्रुप बुलाया है जनाब हमारे इज़्ज़त माब इलेक्शन कमीशन साहब ने। वो कल फिर एक मीटिंग करेंगे, ठीक है। और उस मीटिंग के बाद आने वाले आपके ये जो 10 दिन हैं, 10 दिनों में हो सकता है 50 धमाके हों। कल हमारे जो ऑफिशियली टेररिस्ट हैं, जो हमारे आप सबको पता है, जिनको मैं पॉइंट आउट कर रहा हूँ, कल उनकी मीटिंग है। वो मिल के बैठेंगे कल और मुख्तलिफ़ एरियाज़ जो सेलेक्ट करेंगे, और उन पे आने वाले कुछ टाइम में जो है ना ये दहशत गर्दी की लहर फिर से निकलेगी। और मुझे उस दिन से खदशा था जब वो क्या नाम है उसका KPK में स्वात में एक स्टेटमेंट आई थी, जनाब क्या नाम था उसका यार, खालिद महमूद भाई, सॉरी अमदान भाई, स्टेटमेंट दी थी उसने, क्या नाम था उसका वो, किसने यार वो स्वात में एक स्टेटमेंट नहीं थी दी उसने। मुराद सईद ने बोल 6 मिनट। मुराद सईद नहीं, एक और था। उसने प्रेस कॉन्फ्रेंस की थी कि जो KPK में जो है ना वो दहशत गर्दी की नई लहर उठने लगी है, ठीक है। उसके बाद यार मैंने मानी 8 सितंबर 2023 को मैंने एक पोस्ट की थी, मैंने आप लोगों को इधर सुनवाई भी थी। आबिद भाई आपको याद होगी, ऐसा अभी ही है। कुछ दिन पहले मैंने सुनाई है। बिल्कुल वो इसी हवाले से थी कि जो आपके मुल्क में ना जगह जगह पर जो है ना ये धमाके करवाएंगे, बिल्कुल और कहीं जो है किसी फौजियों पर हमले होंगे, कहीं पुलिस वालों पर होंगे, कहीं कौन मरेगा कहीं कौन मरेगा, ठीक है। तो उसके ज़ुमरे में फिर ये लोग जो है इलेक्शन से या तो भागने की कोशिश करेंगे। इलेक्शन तो ये लोग करवाएंगे ज़रूर करवाएंगे, लेकिन वो अपने लाडले को जो है ना मुसल्लत करने की कोशिश की जाएगी। बाकी जो आपने वो थोड़ी देर पहले आबिद भाई एक वो प्रोग्राम जो आपने वो प्ले किया था ना, वो जो, तो सर ये पता है क्या, ये ज़ाहिर करने की कोशिश की जा रही है कि इनको जो है ना ज़बरदस्ती, वो खुद गई है गिरफ़्तारी देने, ठीक है, और वहाँ पे जाकर उन्होंने गिरफ़्तारी दी है, और इन लोगों ने जाकर जो उनको ना नोटिफिकेशन जारी कर दिया, उनको हाउस अरेस्ट बनी गाला में किस बुनियाद पर इन लोगों ने उनको मुंतकिल किया। ये सिर्फ ये बताने के लिए कि भाई मुझे अडियाला में रखा था, ये इनके लिए लाडलापन दिखाया जा रहा है, और इनको हाउस अरेस्ट दे दिया गया। और कुछ अरसे बाद आप ये भी देखोगे कि इमरान खान साहब को भी ये लोग शिफ्ट करने वाले हैं बनी गाला में। सर ये भी मैं आपको एक अंदर की खबर दे दूँ, ठीक है। तो यही सारा इनका जो है ना भोंडा वो प्रोग्राम है, बाकी कुछ भी नहीं है। अब रही बात शाहज़ेब की, जो दाइश ने उसकी ज़िम्मेदारी कबूल की है, वो दाइश जो थे वो कोर कमांडर के अंदर से फायर करते हैं, जिसके अंदर सिक्योरिटी भी होती है, जिसके अंदर मतलब चिड़िया पर नहीं मार सकती है। वहाँ अंदर से उसके ऊपर फायर किया गया है, और आवाम जो है वहीं पे जाके इन लोगों ने जो आवाम जो है बाजोड़ की वो निकली हुई है, और पुरअमन वहाँ पे जो है उन लोगों ने अपना एहतजाज जो है ना वहाँ पे रिकॉर्ड करा रहे हैं, ठीक है। बाकी रही बात इलेक्शन से, जिस तरह से ये लोग फरार इख्तियार करने की कोशिश कर रहे हैं, तो हम लोगों को चाहिए PTI के भाइयों को मैं यही दरख्वास्त करूँगा कि खान साहब ने भी यही पैगाम दिया था, ठीक है। और ये जो कल और आज जो हुआ है, ये था लंदन प्लान जो था उसका
آخری جو پوائنٹ تھا اس کا اختتام جو ہے وہ ہو چکا ہے. ٹھیک ہے، اب ہونے الیکشن، اور اس میں جو ہے نا انشاءاللہ جیت جو ہے وہ پی ٹی آئی کی ہونی ہے. ساتھ ساتھ آپ لوگوں نے یہ کوشش کرنی ہے کہ جیسے میں نے کچھ دیر پہلے آپ سب سے ایک گزارش کی تھی کہ کچھ ویڈیو سرکولیٹ کر رہی ہیں، پنجاب پولیس کے 2 جوان کھڑے ہوئے ہیں جو اپنے آپ کو ملک سے محبت کرنے والے، پی ٹی آئی سے محبت کرنے والے ظاہر کر رہے ہیں. وہ کہہ رہے ہیں کہ بھائی 8 فروری کو آپ گھروں سے لازم نکلو، آپ ووٹ ڈالو، لیکن آپ پی ٹی آئی کا فلیگ نہیں اٹھاؤ، ٹوپی بھی نہیں ڈالو، کچھ بھی نہیں ڈالو. آپ ٹیم ایل نون کی ٹرانسپورٹ یوز کرو، آپ ان کی گاڑیاں یوز کرو، آپ ان کی بریانیاں کھاؤ، آپ ان کے خیموں سے جو ہے نا پی کے اور نون لیگ کے خیموں سے پرچیاں لے کر اندر جاؤ، اور آپ سے جب پوچھا جائے کہ آپ کس پارٹی کو سپورٹ کرتے ہیں آپ کچھ نہ بولو، آپ صرف پی اور پی ایم ایل نون کے نعرے لگاؤ، اور اندر جا کے آپ کو جب پریسائڈنگ آفیسر کچھ پوچھے تو آپ جواب نہ دو، اور آپ جا کے اندر پی ٹی آئی کو ووٹ ڈالو. ٹھیک ہے، تو اتنی محبت جو پنجاب پولیس جو آپ کے گھروں میں گھس کے آپ کی ماں بہنوں کے عزتوں پہ ہاتھ ڈالتی ہے، آپ کے لوگوں کو، بزرگوں کو مارتی ہے، توڑ پھوڑ کرتی ہے، ڈکیتیاں مارتی ہے آپ کے گھروں میں جا کے، تو ان کے اندر اچانک سے محبت جاگ اٹھی ہے پاکستانیوں. تو آپ لوگ یہ بھی، ہم لوگوں نے کچھ دنوں پہلے ایک نیوز بریک کی تھی کہ یہ لوگ جو ہے گوس پولنگ اسٹیشن جو ہے وہ قائم کریں گے 8 فروری کو، اور اس میں جو ہے یہ نتائج میں رد و بدل کا کھیل جو ہے وہاں پہ شروع ہوگا. ساتھ ساتھ 70 ٹی وی چینلز ایسے ہوں گے جو صبح سے ڈی آر ایس سسٹم کے اندر جو محفوظ نتائج ہے، جو کہ آلریڈی اس پر کام شروع ہو چکا تھا اور اس کے نتائج اس پر محفوظ کیے جا چکے ہیں کہ کون سی پارٹی کتنے ووٹ سے جیت گئی ہے، یہ رزلٹ ان کے پاس آلریڈی موجود ہیں. تو اسی رزلٹس کو یہ بار بار جو ہے نا ہر لمحہ برہم بلمحہ اس کو جو ہے نا سرکولیٹ کریں گے، نیوز میں ٹکرز چلائیں گے کہ فلاں پارٹی جو ہے 10 ووٹوں سے لیڈ کر رہی ہے، فلاں پارٹی 20 ووٹوں سے لیڈ کر رہی ہے، اور اینڈ آف دا ڈے آپ کو رزلٹ اناؤنس کیا جائے گا کہ 20,000 ووٹوں سے نون لیگ جیت گئی، 20,000 ووٹوں سے یہ جیت گیا، 20,000 ووٹوں سے وہ جیت گیا. تو اس جو دھاندلی کا ایک نیا طریقہ کار ہے جو ان لوگوں نے تیار کیا ہے، اس کو حتمی اور لیگل شکل دینے کے لیے ان لوگوں نے یہ بھونڈی حرکتیں کر رہے ہیں کہ بھائی آپ کے لیے محب وطن پولیس، پنجاب پولیس کے اہلکار بھی نکل رہے ہیں، آپ کو جو ہے ہدایات دے رہے ہیں، آپ سے دعاؤں کی درخواست کر رہے ہیں، آپ کو آخر میں جزاک اللہ خیر بھی بول رہے ہیں. اور بھائی تم لوگوں کو دوزخ میں اللہ جگہ دے گا، تم لوگوں کو جزاک اللہ خیر، تم لوگ جزا نہیں دے گا اس کا. تم لوگ کیڑوں کی تر مانند جو ہے نا تم لوگ پیروں تلے روندے جاؤ گے اللہ کے حکم سے انشاءاللہ حرام خورو. تو ان کی کسی بھی آپ نے جو بھونڈے پروپوگنڈے یا فیک جو پلانس ہے اس پر آپ لوگوں نے بلیو نہیں کرنا. آپ لوگوں نے یہ کرنا ہے، جی بڑے بھاجی ایک منٹ، آپ لوگوں نے یہ کرنا ہے کہ 8,300 پر آپ لوگوں نے ایس ایم ایس کرنا ہے، اور ایس ایم ایس کرنے کے بعد اس میں آپ کو کیا آئے گا، شناختی کارڈ جب آپ ایس ایم ایس کرو گے تو آپ کو آپ کا کیا بولتے ہیں سلسلہ کوڈ، اور اس کے بعد کیا تھا اپنا عابد بھائی اگر آپ وہ اسکرین پہ پلے کر دیں تو وہ بھی اچھا ہے، میں اس کو دوبارہ سے ریپیٹ کر دوں گا. عابد بھائی، سلسلہ کوڈ ہے، آپ کا حلقہ نمبر ہے، آپ کا گھرانہ نمبر، جی یہ 3 چیزیں آپ کو جو ہے اس پر آپ کو مل جائیں گی. آپ کے موبائل پہ آپ کو ایس ایم ایس آ جائے گا، اس کو آپ لوگوں نے پرچی پر لکھ لینا ہے. تو وہی جو پرچی ہے آپ لے کر جاؤ گے، جب آپ ووٹ کاسٹ کرنے جاؤ گے آپ کو کسی خیمے میں، کسی ان کے خیموں میں جانے کی ضرورت نہیں، نہ ہی پی ٹی آئی کے خیمے میں جانے کی ضرورت ہے. اگر آپ جاتے ہو پی ٹی آئی کی صفوں میں جاؤ، جہاں پہ پی ٹی آئی کے لوگ جا رہے ہوں گے، آپ بے شک اس صفوں میں جاؤ، وہاں سے جا کے آپ لوگ یہ انٹرنیشنل میڈیا وہاں پر موجود ہوگا جن کو آپ لوگ بتاؤ گے کہ آپ کس کو ووٹ دینے آئے ہو. ٹھیک ہے، لوگوں کو نظر آنا چاہیے کہ آپ لوگ پی ٹی آئی کے سپورٹر ہو، پی ٹی آئی کا ٹرن اوور کتنا ہے. تو پوری دنیا دیکھ رہی ہوگی، یہاں پہ ہم لوگ بھی چلا رہے ہوں گے، تو یہ ہمارے لیے نا روڑے اٹکانے والے کام یہ لوگ ابھی سے شروع کر دیے ان لوگوں نے. محب وطن پنجاب پولیس، اتھے رکھو محب وطنی تھوڑی. جی وڈی بھاجی کہاں گئی وڈی بھاجی؟ اچھا آپ نے مجھے کیا کہا تھا؟ اور وہ روم اسکرین نام؟ پہ چلا دے جو میسج کرنا تھا نا 8,300 والا. اچھا ٹھیک ٹھیک.
अच्छा वो जी पुलिस बाजी। की वीडियो है, अस्सलाम वालेकुम एवरीबॉडी, वो मैंने पहले तो मैंने कहा शायद अच्छी है, फिर जब मुझे अबू हमदान भाई ने बताया ना तो मैंने उसको अपने उससे डिलीट कर दिया। मैं माजरत चाहती हूँ, नेक्स्ट टाइम मैं ऐसी गलती नहीं करूँगी। और सुनाएं आप लोग कैसे हैं और क्या चल रहा है? तो वड्डी बाजी, आपको पता है आपका भाई इनकी चालें कैसे पकड़ता है, भांपता है इनको वो आपका तो भाई। मुझे पता, वो तो मुझे पता माशाल्लाह से। चलें, अल्लाह पाक ना हमारे लीडर को इन जालिमों के जुल्म, देखें ये अगर ये सब ये नहीं करेंगे तो हमें कैसे पता लगेगा कि ये कौन लोग हैं? तो ये हमें पता लगाने के लिए अल्लाह पाक इनको ऐसा गुमराह करेगा कि आप देखते रहें, ये अपने ही जाल में ऐसे फंसेंगे चूहे की तरह, निकल नहीं पाएंगे। इन्हें करने दें ये जो कर रहे हैं ना, हमें तो अल्लाह पे यकीन है और हम अल्लाह पे यकीन रखते हैं। इंशाअल्लाह ताला ये वो लोग होंगे जो रोएंगे, पछताएंगे, और इनके रोने और पछताने से इन्हें कोई फ़ायदा नहीं होगा। इंशाल्लाह इंशाल्लाह जी। जी वो वीडियो देखने वेलकम में डीमो लगता है भाई। कि कोई बड़ा, कोई जेन्युइन सा बंदा, बड़ा हमदर्द सा बंदा है, मगर उनको पता नहीं, हमें पता चल जाता है सब कुछ। वो उस वीडियो को देखो ना, इसीलिए शायद वो बाजू में शेयर की होगी, यही होता है। छोटी छोटी दाढ़ी है, नूरानी चेहरा है, नवा नवा मुसलमान हो या जी। ये क्या होती कि भाई हमारे नए हैं, नवाज काकड़, अभी मैं लिखने लगी थी वेलकम नवाज काकड़, लिखा गया वेलकम नवाज खोता, मैंने जल्दी से मिटाया, मैंने कहा है कहीं वो भाई बुरा ना मान जाए। वो आदत हो गई है ना जो उसको लिखने की, इसलिए इसलिए हुआ ये। और मेरा तो खुद ब खुद आ जाती है गाली जब मैं नवाज लिखती हूँ। नवाज लिखो आगे खोता ऑटोमेटिकली आ जाता है। ओ ऐसा राजा, क्या हाल है आपका, कैसे हो? लॉन्ग वेलकम टाइम। राजे। जी बुआमदान भाई, रमजान भाई, अस्सलाम एक बात वालेकुम। कहनी है कि वालेकुम आप सलाम मुझे बताएं कि दाइश से उनकी क्या दुश्मनी थी? कभी कोई दुश्मनी, और होना भी इसी टाइम पे था। सारी चीजें आप आप बताएं, आप मुझे आप आप मुझे ये बताएं, दाइश जो तंजीम है उसको एक इस्लामिक तंजीम जो है ना वो अमेरिका भी मानता है, पूरी दुनिया उसको दहशतगर्द मानती है, इस्लामिक जो है उसको टेररिस्ट वो मानती है कि वो जो है ना इस्लाम के नाम पर जो है ना वो लोग अपना वो करते हैं, टेररिज्म करते हैं। तो मुझे यह बता दें, वो जो दाइश है अगर वो इस्लाम के नाम पर अगर वो निकले हुए तो उसको सबसे पहले जाना चाहिए था गज़ा में, वहाँ पर उनका नामो निशान नहीं है। ये वो दाइश है पाकिस्तान जो में आगे हमारे दाइश ने पाकिस यहाँ पे एक बनाई हुई है ना, ये वो दाइश है। हाँ, पाकिस्तान में पता नहीं कौन से मंदिर खुल गए हैं, पख्तूनख्वा में वो भी, और पख्तूनख्वा में पता नहीं कौन से लोगों ने वो यहूदियों के चर्च खोल दिए, यहूदियों की इबादत गाहें खोल दी है, जो इन लोगों ने अभी जो है आके धमाके करना शुरू कर हमारे दिए, लोग मारना देखते शुरू हैं कर तो दिए न्यूज जी। बनाई होगी कि ओ जी दाइश ने ये कर दिया, ये सोचेंगे भी नहीं, इनके ब्रेन नहीं चलेंगे जरा भी। आई थिंक आप लोगों को ये भी पता चल गया कि ये दाइश क्या है। दाइश ने पर्सनल टैक्स किया है हमारे जनाब इज़्ज़त माब साहब को, तो लोगों को सब पता है अब। जी ए एस राजा भाई आपकी तरफ आते हैं, वेलकम एंड सलाम। ओवर टू यू ए एस राजा भाई। जी सबसे पहले वड्डी बाजी को सलाम जी, बहुत टाइम बाद इनको देखा है, कैसी हैं आप, खैरियत से हैं? जी जी वालेकुम अस्सलाम राजा, अल्लाह का करम, मैं बिल्कुल ठीक ठाक। आप सुनाएं, आप कहाँ गुम थे? हम तो इधर आते जाते रहते हैं, आप किधर गुम थे? काफी अरसे से नजर नहीं आए। जी यही कहने लगी थी, हम इधर ही थे, आप कहीं छुप गए थे जाके, फिर वापस आ गए, शायद आसिम मुनीर से छुपे हुए थे हाँ आप कहते हैं। हाँ, नहीं नहीं, अल्लाह माफ़ी दे, आसिम मुनीर से तो कभी भी हम नहीं छुप सकते। इंशाल्लाह इंशाल्लाह देखें ना, अभी वक्त है, हम आप लोगों के साथ हैं और इससे भी कठिन वक्त में इंशाल्लाह साथ होंगे। बस वो कुछ थोड़े अपनी कुछ चीज़ें थी जिस वजह से थोड़ा लाइव से दूर था, तो इंशाल्लाह अभी साथ ही हैं। 2 4 5 दिन से मुसलसल आ रहे हैं, इसी ब्रॉड पे आ रहे हैं, बाकी भी ब्रॉड्स पे जा रहे हैं बहुत सारी, तो इंशाल्लाह कंटिन्यू रखेंगे इस सफ़र को अल्लाह अल्लाह के हुक्म से आप इंशाल्लाह। नहीं आएंगे तो हम विगो डालू वालों से कहेंगे जाके उठा के लेके आए आपको। हाँ नहीं नहीं, वीगो और डाले छोड़े वालों से छोड़े इसका इसका नाम मैंने खुद